ਸਾਹਿਬ ਜੀ। ਆਦ ਨਿਰੰਜਨ ਹੈ ਗੁਰ ਨਾਨਕ, ਹਰਿ ਕਾ ਮੂਰਤ ਹੈ ਜਗ ਆਇਓ। ਦੁਇ ਕਰ ਜੋੜ ਕਰੋ, ਆਦ ਨਿਰੰਜਨ ਹੈ ਗੁਰ ਨਾਨਕ, ਧਾਰ ਕੈ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਬਿਰਦ ਲੋਕ ਸੁਣਿਓ, ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ ਗੁਰ ਨਾਨਕ, ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੈ ਮੂਰਤ ਹੈ ਜਗ ਆਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੈ ਮੂਰਤ ਹੈ ਜਗ ਆਇਓ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਨਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਰ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਫਿਰ ਚਰਨਨ ਪਰਤਾਰ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤ੍ਰਿਪਤ ਹੋਏ ਤੈਂ ਤੇ ਚੱਲ ਆਏ, ਮੁੱਲ ਹਾਇਲੇ ਅਸਵਾਰ ਬਨਾਏ। ਤ੍ਰਿਪਤ ਹੋਏ ਤੈਂ ਤੇ ਚੱਲ ਆਏ, ਮੁੱਲ ਹਾਇਲੇ ਅਸਵਾਰ ਬਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ, ਕਰੁਣਾ ਨਿਧਾਨ, ਦੀਨ ਦੁਨੀਆਂ ਕੇ ਮਾਲਕ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਗੋਦ ਅੰਦਰ ਅਤੇ ਮਹਾਂਪੁਰਖਾਂ ਦੇ ਤਪ ਅਸਥਾਨਾਂ ਤੇ ਜੁੜੇ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਸਤ ਸੰਗੀ ਜਨੋ, ਤਾਈ ਆਪਾਂ ਵਡਭਾਗੇ ਹਾਂ ਜਿਨ੍ਹਾਂ ਨੂੰ ਸਤਿਗੁਰੂ ਜੀ ਦੇ ਚਰਨ ਕਮਲਾਂ ਦੇ ਅੰਦਰ ਜੁੜਨ ਦਾ ਸੋਹਣਾ ਸੁਭਾਗਾ ਸਮਾਂ ਅਵਸਰ ਪ੍ਰਾਪਤ ਹੋ ਰਿਹਾ ਹੈ ਜੀ। ਸਾਧ ਸੰਗਤ ਜੀਓ, ਆਪ ਜੀ ਹਰ ਰੋਜ਼ ਗੁਰ ਇਤਿਹਾਸ ਦੀ ਕਥਾ ਸਰਵਣ ਕਰਦੇ ਹੋ। ਲੜੀਵਾਰ ਜੋ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਸਾਹਿਬ ਦੀ ਕਥਾ ਚੱਲ ਰਹੀ ਹੈ, ਪਰ ਅੱਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਜੁਗੋ ਜੁਗ ਅਟਲ, ਰਾਜਾਨ ਰਾਜ ਕਾਨਾਨ ਭਾਨ, ਦੇਵਾਨ ਦੇਵ ਉਪਮ ਮਹਾਨ, ਸ਼ਬਦਾ ਅਵਤਾਰ। ਗੁਰਬਾਣੀ ਕੇ ਬੋਇਤ ਕਲਯੁਗੀ ਜੀਵਾਂ ਨੂੰ ਤਾਰਨ ਹਾਰ ਸਤਿਗੁਰੂ ਜੀ, ਉਹਨਾਂ ਦਾ ਸਾਧ ਸੰਗ ਦੀ ਪਹਿਲਾ ਪ੍ਰਕਾਸ਼ ਪੁਰਬ ਹੈ। ਔਰ ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ, ਮਿਹਰ ਦੇ ਨਾਲ ਕੁਝ ਕੁ ਸਮੇਂ ਵਾਸਤੇ ਆਪਾਂ ਸਾਧ ਸੰਗਤ ਦੀ ਗੁਰ ਇਤਿਹਾਸ ਦੇ ਉੱਪਰ ਪੰਛੀ ਝਾਤ ਮਾਰਾਂਗੇ। ਜਿੰਨੀ ਕੁ ਮਕਬਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣਗੇ, ਉਸ ਹਿਸਾਬ ਦੇ ਨਾਲ ਸਾਧ ਸੰਗਤ ਦੀ ਉਹ ਵਡਿਆਈ ਕਰਾਂਗੇ। ਗੁਰੂ ਖਾਲਸਾ ਸਾਧ ਸੰਗਤ ਜੀਓ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਜ਼ਰੂਰਤ ਇਸ ਸੰਸਾਰ ਦੇ ਅੰਦਰ ਕਿਉਂ ਪਈ?
ਜਿਵੇਂ ਕਿ ਗੁਰਬਾਣੀ ਅੰਦਰ ਬਚਨ ਆਉਂਦਾ ਹੈ, ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਹੀਂ। ਪਾਤਸ਼ਾਹ ਦੀ ਬਾਣੀ ਵਿੱਚ ਬਚਨ ਕਰਦੇ ਨੇ, ਜਿਸ ਤਰੀਕੇ ਨਾਲ ਧਰਤੀ ਉੱਪਰ ਮੀਂਹ ਆਣ ਕੇ ਵਰਦਾ ਹੈ, ਠੀਕ ਹੈ, ਆਣ ਕੇ ਵਰਦਾ ਹੈ। ਕੀ ਗੱਲ ਧਰਤੀ ਦੇ ਵਿੱਚ ਪਾਣੀ ਨਹੀਂ ਹੈਗਾ? ਪਾਣੀ ਦੇ ਹੋਣ ਦੇ ਬਾਵਜੂਦ ਵੀ ਸਾਧ ਸੰਗਤ ਪਰਮੇਸ਼ਰ ਵੱਲੋਂ ਦੇਵਨਿਤ ਅਨੁਸਾਰ ਵਰਖ ਹੈ ਜਿਹੜੀ ਉਹ ਆਪਣੀ ਮਹਾਨਤਾ ਰੱਖਦੀ ਹੈ, ਕਿਉਂਕਿ ਪਾਣੀ ਹੈ ਜਿਹੜਾ ਜ਼ਰੂਰ ਬਰ ਜ਼ਰੂਰ ਸਾਰਿਆਂ ਥਾਵਾਂ ਤੇ ਸਮਾਨ ਰੂਪ ਵਿੱਚ ਹੈ ਧਰਤੀ 'ਚ। ਪਰ ਜੇਕਰ ਕੋਈ ਮਿਹਨਤ ਕਰੇਗਾ, ਖੋਦੇਗਾ, ਉਸਨੂੰ ਸਾਰ ਸੰਦਰੀ ਤੇ ਉਸੇ ਨੂੰ ਲਾਹਾ ਪ੍ਰਾਪਤ ਹੋਵੇਗਾ, ਹੋਰ ਕਿਸੇ ਨੂੰ ਨਹੀਂ। ਪਰ ਪਰਮਾਤਮਾ ਨੇ ਸਾਰ ਸੰਦਰੀ ਇੰਦਰ ਦੇਵਤੇ ਦੀ 96 ਕਰੋੜੀ ਮੇਘਮਾਲਾ ਪਾਣੀ ਹਾਰੀਆਂ ਜਿਹੜੀਆਂ ਹਨ, ਇਹਨਾਂ ਦੀ ਡਿਊਟੀ ਲਾਈ ਹੋਈ ਹੈ ਕਿ ਭਾਈ ਤੁਸੀਂ ਨਹੀਂ ਬਣਾਉਣਾ ਹਰ ਇੱਕ ਥਾਂ ਦੇ ਉੱਤੇ, ਜਿਸ ਕਰਕੇ ਭਾਵੇਂ ਕਿਸੇ ਖੱਤੇ 'ਚ ਬੋਰ ਹੈਗਾ, ਭਾਵੇਂ ਨਹੀਂ, ਹਰੇਕ ਥਾਂ ਦੇ ਉੱਪਰ ਸਮਾਨ ਰੂਪ ਦੇ ਵਿੱਚ ਸਾਰ ਸੰਦਰੀ ਇੱਕੋ ਜਿਹਾ ਨਹੀਂ ਵਰਤਦਾ ਹੈ। ਦੁਨੀਆ ਵਿੱਚ ਗ੍ਰੰਥ ਤਾਂ ਪਹਿਲਾਂ ਵੀ ਸਨ, ਮੁਸਲਮਾਨ ਭਾਈਆਂ ਦੇ ਅੰਜੀਲ, ਜੰਬੂਰ, ਤੌਰੇਤ, ਕੁਰਾਨ ਸ਼ਰੀਫ ਇਤਿਹਾਸਕ ਸਨ, ਔਰ ਹਿੰਦੂ ਜਿਹੜੇ ਭਾਈ ਲੋਕ ਹਨ ਉਹਨਾਂ ਦੇ ਵੀ ਸਾਰ ਸੰਗਤ ਦੀ ਉਹ ਗ੍ਰੰਥ ਹਨ, ਸਾਮਵੇਦ, ਰਿਗਵੇਦ, ਯੁਜੁਰਵੇਦ, ਔਰ ਇਸੇ ਪ੍ਰਕਾਰ ਕਲਮਹਿ ਵੇਦ ਅਥਰਵਣ ਹੁਆ। ਕਲਯੁਗ ਦੇ ਸਮੇਂ ਵਿੱਚ ਜਿਹੜਾ ਕਲਯੁਗ ਦਾ ਅਥਰਵਣ ਵੇਦ ਉਹ ਵੀ ਹੈ। 27 ਸਿਮਰਤਨ, 6 ਸ਼ਾਸਤਰ, ਹੋਰ ਵੀ ਸਾਧ ਸੰਗਤ ਦੀ ਉਹ ਬੇਅੰਤ ਪ੍ਰਕਾਰ ਦੇ ਗ੍ਰੰਥ ਸਨ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਕਿਉਂ ਜ਼ਰੂਰਤ ਪਈ? ਕਾਰਨ ਇਹ ਹੈ ਕਿ ਸਾਧ ਸੰਗਤ ਦੀ ਪਹਿਲੀ ਗੱਲ ਤਾਂ ਇਹ ਕਿ ਹਿੰਦੂ ਮਤ ਅਨੁਸਾਰ ਜਿਹੜੇ ਗ੍ਰੰਥ ਹੋਇਆ ਕਰਦੇ ਸਨ, ਉਹਨਾਂ ਨੂੰ ਪੜ੍ਹਨ ਦੇ ਵਾਸਤੇ ਪਹਿਲਾਂ ਤਾਂ ਘੱਟੋ ਘੱਟ ਵੀ 20-25 ਸਾਲ ਗੱਲਣੇ ਪੈਂਦੇ ਸਨ। ਫਿਰ ਸਾਧ ਸੰਗਤ ਦੀ ਕੀ ਦੂਸਰਾ ਕਾਰਨ ਇਹ ਕਿ ਹਰ ਇੱਕ ਪ੍ਰਾਣੀ ਉਹਨਾਂ ਗ੍ਰੰਥਾਂ ਨੂੰ ਪੜ੍ਹ ਨਹੀਂ ਸੀ ਸਕਦਾ। ਜਿਵੇਂ ਕਿ ਬ੍ਰਾਹਮਣ ਵਿਦਿਆ ਪੜ੍ਹ ਵੀ ਸਕਦਾ ਸੀ, ਪੜ੍ਹਾ ਵੀ ਸਕਦਾ ਸੀ, ਖੱਤਰੀ ਪੜ੍ਹ ਸਕਦਾ ਸੀ ਪਰ ਗਾਹ ਨਹੀਂ ਸੀ ਪੜ੍ਹਾ ਸਕਦਾ, ਪਰ ਸ਼ੂਦਰ ਸਿਰਫ ਸੁਣ ਹੀ ਸਕਦਾ ਸੀ। ਤੇ ਵੈਸ਼ਨੂੰ ਨੂੰ ਤਾਂ ਸੁਣਨ ਦਾ ਵੀ ਹੱਕ ਨਹੀਂ ਸੀ। ਜੇਕਰ ਕੋਈ ਗਰੀਬ ਆਦਮੀ, ਨੀਵੀਂ ਜਾਤ ਵਾਲਾ ਆਦਮੀ ਸਾਧ ਸੰਗਤ ਇਹਨਾਂ ਦੇ ਧਾਰਮਿਕ ਗ੍ਰੰਥਾਂ ਨੂੰ ਸੁਣ ਲੈਂਦਾ ਸੀ ਤਾਂ ਪ੍ਰਾਤਨ ਇਤਿਹਾਸ ਪੜ੍ਹ ਕੇ ਦੇਖੋ ਕਿ ਇਹ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੰਦੇ ਸਨ ਵੀ ਨੀਵੀਂ ਜਾਤ ਵਾਲੇ ਨੂੰ ਸੁਣਨ ਦਾ ਕੋਈ ਹੱਕ ਨਹੀਂ। ਸੋ ਇਹ ਗੱਲਾਂ ਹੋਈਆਂ। ਔਰ ਸਾਧ ਸੰਗਤ ਬਾਕੀ ਹੋਰ ਵੀ ਬੇਅੰਤ ਕਾਰਨਾਂ ਕਰਕੇ ਵੀ, ਜਿਸ ਕਰਕੇ ਸਾਰਿਆਂ ਲੋਕਾਂ ਨੂੰ ਸਾਂਝਾ ਸ਼ਬਦ, ਸਾਂਝਾ ਉਪਦੇਸ਼ ਮਿਲੇ। ਜਿਵੇਂ ਕਿ ਸਤਿਗੁਰੂ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਬਚਨ ਕੀਤਾ ਹੈ ਕਿ ਖੱਤਰੀ, ਬ੍ਰਾਹਮਣ, ਸੂਦ, ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ। ਇਹ ਸਾਂਝਾ ਉਪਦੇਸ਼ ਹੈ ਸਾਧ ਸੰਗਤ ਚਾਰੇ ਹੀ ਵਰਨਾਂ ਦੇ ਤਾਈ। ਇਸ ਕਰਕੇ ਫਿਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਸਮੇਂ ਦੀ ਨਿਜਾਤ ਨੂੰ ਪਛਾਣਦਿਆਂ ਹੋਇਆ ਬਾਕੀ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੂੰ ਜੋ ਵਰ ਦਿੱਤਾ ਸੀ ਕਿ ਦੋਹਿਤਾ ਬਾਣੀ ਕਾ ਬੋਹਿਤਾ, ਇਹਨਾਂ ਨੂੰ ਸਭਿਆ ਕਰਨ ਦੇ ਵਾਸਤੇ ਸਾਧ ਸੰਗਤ ਜੀ ਆਪ ਜੀ ਨੇ ਆਪ ਨਾਰਾਇਣ ਕਲਾਕਾਰ ਜਗ ਮਹਿ ਪਰਵਰਿਆਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆਓ। ਐਸੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਪਾਤਸ਼ਾਹ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਜਿਹੜੀ ਲਿਖਵਾਈ ਸੀ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕਰਕੇ ਕਰਵਾਉਣਾ ਕੀਤੀ। ਬਾਕੀ ਹਰ ਇੱਕ ਸਾਧ ਸੰਗਤ ਧਰਮ ਦੀ ਜਿਹੜੀ ਹੋਂਦ ਹੁੰਦੀ ਹੈ ਗ੍ਰੰਥ ਕਰਕੇ ਹੁੰਦੀ ਹੈ। ਜੇਕਰ ਕੁਰਾਨ ਸ਼ਰੀਫ ਨਾ ਹੋਵੇ ਤਾਂ ਮੁਸਲਮਾਨ ਧਰਮ ਵੀ ਨਹੀਂ। ਜੇਕਰ 4 ਵੇਦ ਨਾ ਹੋਣ, 27 ਸਿਮਰਤਾਂ, 6 ਸ਼ਾਸਤਰ ਨਾ ਹੋਣ ਤਾਂ ਹਿੰਦੂ ਧਰਮ ਦੀ ਵੀ ਕੋਈ ਹੋਂਦ ਨਹੀਂ ਹੈਗੀ ਜੀ। ਐਵੇਂ ਹੀ ਸਾਧ ਸੰਗਤ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਤੋਂ ਲੈ ਕਰ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਬੇਅੰਤ ਸਿੱਖੀ ਦਾ ਪ੍ਰਚਾਰ ਹੋ ਚੁੱਕਿਆ ਸੀ। ਪਰ ਹੁਣ ਸਿੱਖਾਂ ਨੂੰ ਆਪਣਾ ਇੱਕ ਗ੍ਰੰਥ ਚਾਹੀਦਾ ਸੀ। ਔਰ ਸਾਧ ਸੰਗਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪੂਰਨ ਰੂਪ ਵਿੱਚ ਵਡਿਆਈ ਹੋ ਹੀ ਨਹੀਂ ਸਕਦੀ, ਕਿਉਂਕਿ ਹਿੰਦੂ ਮਤ ਦੇ ਜਿਹੜੇ ਗ੍ਰੰਥ ਹਨ ਉਹਨਾਂ ਵਿੱਚ ਹਿੰਦੂ ਧਰਮ ਨੂੰ ਸਾਧ ਸੰਗਤ ਨੂੰ ਉਪਦੇਸ਼ ਦਿੱਤਾ ਗਿਆ ਹੈ ਜਿਹੜੇ ਉਹਦੇ ਨਾਲ ਜੁੜੇ ਹੋਏ ਨੇ।
और मुसलमान मत के ਜਿਹੜੇ ਧਰਮ ਹਨ ਸਾਰ ਸੰਗੜੀ ਉਹਨਾਂ ਨੂੰ ਸਿਰਫ ਦੀ ਸਿਰਫ ਪ੍ਰਾਣ ਸ਼ਰੀਰ ਦੇ ਵਿੱਚ ਮੁਸਲਮਾਨਾਂ ਨੂੰ ਉਪਦੇਸ਼ ਦਿੱਤਾ ਗਿਆ, ਉਹਦੇ ਵਿੱਚ ਰਾਮ ਦਾ ਜਾਂ ਕ੍ਰਿਸ਼ਨ ਦਾ ਕੋਈ ਜ਼ਿਕਰ ਵੀ ਨਹੀਂ ਆਉਂਦਾ ਹੈ। ਪਰ ਇਸ ਕਲਾ ਦੇ ਯੁੱਗ ਦੇ ਵਿੱਚ, ਭਿਆਨਕ ਸਮੇਂ ਦੇ ਵਿੱਚ, ਜੇਕਰ ਸਾਰੇ ਹੀ ਧਰਮਾਂ ਦੀ ਅਗਵਾਈ ਕਰਨ ਵਾਲਾ ਜੇਕਰ ਕੋਈ ਗ੍ਰੰਥ ਹੈ ਤਾਂ ਸਿਰਫ ਦੀ ਸਿਰਫ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਜੇਕਰ ਇਹਨੂੰ ਮੁਸਲਮਾਨ ਪੜ੍ਹੇ ਤਾਂ ਉਹਨੂੰ ਸਾਰ ਸੰਗੜੀ ਇਹ ਲਿਖਿਆ ਹੋਇਆ ਮਿਲਦਾ ਵੀ ਪੰਜ ਨਿਵਾਜਾ ਵਕਤ ਪੰਜ, ਪੰਜਾ ਪੰਜੇ ਨਾਲੋਂ ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਾਨਾ, ਪੰਜਵੀਂ ਸਿਫਤ ਸੁਣਾਏ। ਸੋ ਇਹ ਮੁਸਲਮਾਨ ਸਾਰ ਸੰਗੜੀ ਪੰਜ ਨਿਵਾਜਾ ਜਿਹੜੀਆਂ ਹਨ ਸ਼ੁਭ ਗੁਣਾ ਰੂਪੀ, ਇਹ ਧਾਰਨ ਕਰਨ ਦਾ, ਇਹ ਅਦਾ ਕਰਨ ਦਾ ਹੁਕਮ ਹੋਇਆ ਹੈ। ਜੇਕਰ ਕੋਈ ਹਿੰਦੂ ਸਾਰ ਸੰਗੜੀ ਪੜ੍ਹਦਾ ਹੈ ਤਾਂ ਉਹਨੂੰ ਇਹ ਸਾਰ ਸੰਗੜੀ ਉਪਦੇਸ਼ ਮਿਲਦਾ ਹੈ ਕਿ ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵਤ, ਇਹੋ ਜਿਉ ਜੀਅ ਕਾ ਹਈ ਤਾਂ ਪਾਉਂਦੇ ਘੱਟ, ਨਾ ਇਹੋ ਟੁੱਟਾ ਨਾ ਮਨ ਲੱਗਾ, ਨਾ ਇਹੋ ਜਲਾ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਇਹ ਸਾਰ ਸੰਗੜੀ ਹਿੰਦੂਆਂ ਨੂੰ ਉਪਦੇਸ਼ ਮਿਲਦਾ ਪਿਆ ਹੈ। ਔਰ ਫਿਰ ਸਤਿਗੁਰੂ ਮਹਾਰਾਜ ਨੇ ਜੈਨੀਆਂ ਨੂੰ ਵੀ ਉਪਦੇਸ਼ ਦਿੱਤਾ ਕਿ ਇੱਕ ਜਾਨੀ ਉੱਜੜ ਪਾਏ ਧਰਮ ਭੁਲਾਇਆ। ਤੇ ਸਾਰ ਸੰਗੜੀ ਜੈਨੀਆਂ ਦੇ ਲਈ ਉਪਦੇਸ਼ ਮਤਲਬ ਕਿ ਹਰ ਇੱਕ ਸਰਬ ਸਾਂਝਾ ਉਪਦੇਸ਼ ਬਖਸ਼ਿਆ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ। ਹੋਇਆ ਇਉਂ ਸਾਰ ਸੰਗੜੀ ਜਿਤਨੀ ਵੀ ਗੁਰਬਾਣੀ ਤੇ ਵੱਡਿਆਂ ਸਤਿਗੁਰਾਂ ਦੀ ਸਾਰੀ ਹੀ ਗੋਇੰਦਵਾਲ ਸਾਹਿਬ ਦੇ ਵਿੱਚ ਬਾਬਾ ਮੋਹਨ ਜੀ ਜਿਹੜੇ ਕਿ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦਾ ਜੀ ਸਨ, ਉਹਨਾਂ ਦੇ ਪਾਸ ਸੀ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਇੱਕ ਦਿਨ ਦੀ ਬਾਤ ਹੈ ਕਿ ਸੁਭਾਵਕ ਹੀ ਸੰਗਤ ਦੇ ਵਿੱਚ ਬਚਨ ਕੀਤਾ ਕਿ ਸੰਗਤ ਜੀ ਹੁਣ ਅਸੀਂ ਇੱਕ ਬਹੁਤ ਹੀ ਮਹਾਨ ਕਾਰਜ ਕਰਨਾ ਚਾਹੁੰਦੇ ਹਾਂ ਕਿ ਜਿੰਨੀ ਵੀ ਵੱਡਿਆਂ ਸਤਿਗੁਰਾਂ ਦੀ ਗੁਰਬਾਣੀ ਉਹ ਇੱਕ ਥਾਂ ਤੇ ਲਿਖਣੀ ਚਾਹੁੰਦੇ ਹਾਂ। ਗੱਲ ਇਉਂ ਹੋਈ ਕਿ ਕੋਈ ਰਾਗੀ ਗੁਰਸਿੱਖ ਸੀ ਤੇ ਉਹਨੇ ਸਾਰ ਸੰਗੜੀ ਬਾਬੇ ਮਿਹਰਬਾਨ ਦਾ ਜਿਹੜਾ ਸ਼ਬਦ ਸੀ ਭੁਲੇਖੇ ਦੇ ਨਾਲ ਗੁਰੂ ਕੇ ਦਰਬਾਰ ਵਿੱਚ ਪੜ੍ਹਿਆ, ਕਿਉਂਕਿ ਬਾਬਾ ਮਿਹਰਬਾਨ ਬਾਬੇ ਪਿਰਥੀ ਚੰਦ ਦਾ ਪੁੱਤਰ ਸੀ। ਔਰ ਉਹਨੇ ਪਿਰਥੀ ਚੰਦ ਨੇ ਆਪਣੇ ਪੁੱਤਰ ਮਿਹਰਬਾਨ ਨੂੰ ਪਿੰਗਲ ਹੋ ਗਿਆ, ਸਾਰ ਸੰਗੜੀ ਵਿਆਕਰਨ ਹੋ ਗਈ, ਹੋਰ ਸੰਸਕ੍ਰਿਤ ਇਤਿਹਾਸ ਜਿਹੜੀਆਂ ਭਾਸ਼ਾਵਾਂ ਸਨ ਪੜ੍ਹਾ ਲਿਖਾ ਕਰਕੇ ਇੱਕ ਕਵਿਤਾ ਰਚਨ ਜੋਗਾ ਕਵੀ ਬਣਾ ਦਿੱਤਾ। ਤੇ ਜਿਵੇਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਬਾਣੀ ਰਚਿਆ ਕਰਦੇ ਸਨ, ਇਹ ਤਾਂ ਧੁਰੋਂ ਆਈ ਸੀ। ਇਹ ਸਾਰ ਸੰਗੜੀ ਨਕਲ ਕਰਕੇ ਨਾ ਉਸ ਤਰੀਕੇ ਨਾਲ ਆਪਣਾ ਛੰਦਾਬੰਦੀ ਦੇ ਨਾਲ ਆਪਣੀ ਬਾਣੀ ਲਿਖਿਆ ਕਰਦਾ ਸੀ, ਜਿਵੇਂ ਕਿ ਉਹ ਮਿਹਰਬਾਨ ਦਾ ਲਿਖਿਆ ਆਉਂਦਾ ਹੈ ਕਿ ਆਪ ਲੀਆ ਸੋ ਦੁੱਧ ਬਰਾਬਰ, ਮਾਂਗ ਲਿਆ ਸੋ ਪਾਣੀ, ਖੋਹੇ ਲਿਆ ਸੋ ਰੰਗ ਬਰਾਬਰ, ਕਹੋ ਨਾਨਕ ਨਿਰਵਾਣੀ। ਐਵੇਂ ਸਾਰ ਸੰਗੜੀ ਆਪਣੀ ਛੰਦਾਬੰਦੀ ਟੁੱਟੀ ਭੱਜੀ ਹੈ ਜਿਹੜੀ, ਉਹਦੇ ਵਿੱਚ ਅਖੀਰ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲੈ ਕਰਕੇ ਸਿੱਖਾਂ ਵਿੱਚ ਪ੍ਰਚਾਰਿਆ ਕਰਦਾ ਸੀ ਵੀ ਇਹ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਹੀ ਬਾਣੀ ਹੈ। ਜਦੋਂ ਵੀ ਸਾਰ ਸੰਗੜੀ ਗੁਰਬਾਣੀ ਜਗਤ ਵਿੱਚ ਆਈ ਹੈ ਤੇ ਜਿਵੇਂ ਜਦੋਂ ਦਾ ਸੱਚ ਹੈ ਉਦੋਂ ਹੀ ਝੂਠ ਹੈ, ਜਦੋਂ ਦੀ ਨੀਤੀ ਹੈ ਦੁਨੀਆ ਵਿੱਚ ਉਦੋਂ ਦੀ ਬੜੀ ਹੈ। ਐਵੇਂ ਸਾਰ ਸੰਗੜੀ ਜਦੋਂ ਦੀ ਧਰਤੀ ਬਾਣੀ ਆਈ ਤੇ ਸਗਲੀ ਕਿਸਮ ਮਟਾਈ ਹੈ, ਉੱਥੇ ਪਰਮੇਸ਼ਰ ਦਾ ਸਥਾਨ ਹੈ। ਉਦੋਂ ਹੀ ਸਾਰ ਸੰਗੜੀ ਉਹ ਸਭ ਤਰੀਕਿਆਂ ਦੇ ਨਾਲ ਗੁਰਬਾਣੀ ਉੱਪਰ ਸ਼ੁਰੂ ਤੋਂ ਹੀ ਹਮਲੇ ਹੋਣੇ ਸ਼ੁਰੂ ਹੋਏ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਵਿੱਚ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਹਜ਼ੂਰੀ ਵਿੱਚ ਜਦੋਂ ਇਸ ਤਰ੍ਹਾਂ ਉਹ ਰਾਗੀ ਗੁਰਸਿੱਖ ਨੇ ਭੁਲੇਖਿਆਂ ਨਾਲ ਕਹਿ ਲਓ ਵੀ ਸ਼ਬਦ ਪੜ੍ਹਿਆ, ਉਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਕੰਮ ਹੋਏ। ਔਰ ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਦੇ ਤਾਈਂ ਆਖਿਆ ਕਿ ਜਿਤਨੀ ਵੀ ਵੱਡਿਆਂ ਸਤਿਗੁਰਾਂ ਦੀ ਗੁਰਬਾਣੀ ਹੈ ਆਪਾਂ ਇੱਕ ਥਾਂ ਦੇ ਉੱਪਰ ਇਕੱਠੀ ਕਰਨੀ ਹੈ। ਤੇ ਬਾਬਾ ਗੁਰਦਾਸ ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਕਿ ਸਤਿਗੁਰੂ ਮਹਾਰਾਜ ਕਿਰਪਾ ਕਰੋ, ਮੈਨੂੰ ਆਗਿਆ ਬਖਸ਼ੋ, ਮੈਂ ਬਾਬਾ ਮੋਹਨ ਜੀ ਦੇ ਪਾਸੋਂ ਕੋਠੀਆਂ ਲੈ ਕਰਕੇ ਆਉਣਾ। ਇਹਨਾਂ ਨੂੰ ਆਏ ਸੀ ਕਿ ਅਸੀਂ ਸ਼੍ਰੋਮਣੀ ਗੁਰਸਿੱਖ ਹੁੰਦੇ ਆ ਤੇ ਸਾਨੂੰ ਤਾਂ ਜਾਂਦਿਆਂ ਸਾਰੀ ਕੋਠੀਆਂ ਮਿਲ ਜਾਣਗੀਆਂ ਨੇ। ਥੋੜ੍ਹਾ ਜਿਹਾ ਕਹਿ ਲਓ ਸਾਰ ਸੰਗੜੀ ਸੂਖਮ ਮਾਤਰਾ ਵਿੱਚ ਮਾਣ ਵੀ ਸੀ, ਅਭਿਮਾਨ ਵੀ ਸੀ। ਤੇ ਸਤਿਗੁਰੂ ਜੀ ਕਹਿੰਦੇ 7 ਵਜੇ ਨਾਲ ਜੀ ਤੁਸੀਂ ਲੈ ਆਓ। ਭਾਈ ਸਾਹਿਬ ਜੀ ਗਏ, ਸਾਰ ਸੰਗੜੀ ਬੜਾ ਦਰਵਾਜ਼ਾ ਦਰੂਜਾ ਖੜਕਾਇਆ, ਪਰ ਬਾਬਾ ਮੋਹਨ ਜੀ ਆਪਣੇ ਚੁਬਾਰੇ ਦੇ ਵਿੱਚ ਨੰਦ ਦੇ ਨਾਲ ਚੌਂਕੜਾ ਮਾਰ ਕੇ 10 ਦੁਆਰੇ ਸਵਾਸਤ ਕਰਕੇ ਬੈਠੇ ਰਹੇ। ਕਿਸੇ ਤਰੀਕੇ ਨਾਲ ਵੀ ਕੋਈ ਸਾਰ ਸੰਗੜੀ ਤੋਂ ਉੱਤਰ ਨਾ ਹੋਇਆ, ਜਵਾਬ ਨਾ ਹੋਇਆ। ਬੜਾ ਉਸ ਥਾਂ ਦੇ ਉੱਪਰ ਜ਼ੋਰ ਲਾਇਆ ਪਰ ਗੱਲਬਾਤ ਕੋਈ ਨਾ ਬਣੀ। ਅਖੀਰ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਵਾਪਸ ਮੁੜ ਕੇ ਆ ਗਏ
ਤੇ ਬਾਅਦ ਵਿੱਚ ਬਾਬਾ ਬੁੱਢਾ ਸਾਹਿਬ ਦੀ ਹੱਥ ਤੇ ਕਹਿਣ ਲੱਗੇ ਭਾਈ ਸਾਹਿਬ ਦੀ ਕੋਈ ਗੱਲ ਨਹੀਂ ਬਣੀ, ਇਹ ਬਜ਼ੁਰਗਾਂ ਨੂੰ ਜਾਣਾ ਪਊਗਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਵੀ ਜਾ ਕੇ ਦੇਖ ਲਵੋ। ਬਾਬਾ ਬੁੱਢਾ ਸਾਹਿਬ ਜੀ ਗਏ, ਫੇਰਾ ਦਰਵਾਜ਼ਾ ਖੜਕਾਇਆ, ਪਰ ਗੱਲਬਾਤ ਕੋਈ ਨਾ ਬਣੀ। ਅਖੀਰ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਜਟਕਾ ਸੌਦਾ ਕੀਤਾ। ਸਾਰ ਸੰਗਰੀ ਜਿਹੜਾ ਚੁਬਾਰਾ ਸਾਹਿਬ ਦਾ ਦਰਵਾਜ਼ਾ ਸੀ ਨਾ, ਉਹ ਚੰਗਾਠਾਂ ਹੀ ਭੰਨ ਦਿੱਤੀਆਂ। ਚੰਗਾਠਾਂ ਭੰਨੀਆਂ ਤੇ ਬਾਬਾ ਮੋਹਨ ਜੀ ਨੂੰ ਹਿਲਾਇਆ ਜੁਲਾਇਆ, ਪਰ ਸਮਾਧੀ ਕੋਈ ਨਾ ਖੁੱਲੀ। ਅਖੀਰ ਨੂੰ ਬਾਬਾ ਮੋਹਰੀ ਜੀ ਨੇ ਬਚਨ ਕੀਤਾ ਵੀ ਬਾਬਾ ਬੁੱਢਾ ਸਾਹਿਬ ਜੀ, ਇਹ 10 ਦਵਾਰ ਦੇ ਵਿੱਚ ਜੁੜਨ ਵਾਲੇ ਜੋਗਾਨੰਦੀ ਮਹਾਂਪੁਰਖ ਹਨ। ਜੇਕਰ ਇਹਨਾਂ ਨੇ ਨਾਰਾਜ਼ ਹੋ ਕਰਕੇ ਕੋਈ ਬਚਨ ਕਰ ਦਿੱਤਾ ਤਾਂ ਆਪ ਜੀ ਨੂੰ ਵੀ ਉਹਦਾ ਫਲ ਜ਼ਰੂਰ ਅਵੱਸ਼ ਭੁਗਤਣਾ ਹੀ ਪਵੇਗਾ। ਇਸ ਕਰਕੇ ਬੇਨਤੀ ਹੈ ਵੀ ਤੁਸੀਂ ਜ਼ੋਰ ਨਾ ਲਾਓ, ਧੱਕਾ ਨਾ ਕਰੋ। ਬਾਬਾ ਬੁੱਢਾ ਸਾਹਿਬ ਜੀ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਨਿਰਮਾਣ ਹੋ ਕੇ ਬੈਠ ਗਏ। ਵਾਪਸ ਆਏ ਗੁਰੂ ਘਰ ਦੇ ਵਿੱਚ। ਫਿਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਆਪਾਂ ਖੁਦ ਚੱਲਦੇ ਹਾਂ ਸਾਰੀ ਹੀ ਸੰਗਤ ਦੇ ਸਮੇਤ। ਸਾਰ ਸੰਗਤ ਮੁਖੀ ਗੁਰਸਿੱਖਾਂ ਦੇ ਸਮੇਤ ਭਾਈ ਗੁਰਦਾਸ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ ਇਤਿਹਾਸਕ ਉਸ ਵਕਤ ਦੇ ਜਿਹੜੇ ਸਾਰ ਸੰਗਤ ਦੇ ਪੂਜਨੀਕ ਗੁਰਸਿੱਖ ਸਨ, ਉਹਨਾਂ ਨੂੰ ਨਾਲ ਲੈ ਕੇ, ਸੰਗਤ ਨੂੰ ਨਾਲ ਲੈ ਕੇ ਸਤਿਗੁਰੂ ਮਹਾਰਾਜ ਜੀ ਬਾਬਾ ਮੋਹਰੀ ਜੀ ਦੇ ਸਾਰ ਸੰਗਤ ਦੀ ਚੁਬਾਰਾ ਸਾਹਿਬ ਦੇ ਅੱਗੇ ਜਾ ਕਰਕੇ ਬੈਠ ਕੇ ਗਲੀ ਵਿੱਚ ਬੈਠੇ, ਭੁੰਜੇ ਬਹਿ ਗਏ ਨਾਲੇ। ਉਸ ਥਾਂ ਦੇ ਉੱਪਰ ਬੈਠ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਉੱਚੀ ਦੇਣੀ ਹੀਕ ਲਾ ਕਰਕੇ ਸ਼ਬਦ ਗਾਵਿਆ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਸੋਹਣ ਦਵਾਰ ਜੀਓ ਸਤ ਧਰਮਸ਼ਾਲਾ। ਇਹ ਸ਼ਬਦ ਸਾਰ ਸੰਗਤ ਦੀ ਉਚਾਰਨ ਕੀਤਾ। ਜਦੋਂ ਪਹਿਲਾ ਪਦਾ ਉਚਾਰਨ ਕੀਤਾ, ਗੁਰੂ ਪਾਤਸ਼ਾਹ ਜੀ ਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਰਤਨ ਰੂਪ ਦੇ ਵਿੱਚ ਉੱਥੇ ਗਾਇਆ ਤਾਂ ਬਾਬਾ ਮੋਹਨ ਸਾਹਿਬ ਜੀ ਦੀ ਸਾਰ ਸੰਗਤ ਦੀ ਸਮਾਧੀ ਖੁੱਲ੍ਹ ਗਈ। ਦੂਜਾ ਸ਼ਬਦ ਪਦਾ ਗਾਇਆ ਤਾਂ ਬਾਬਾ ਮੋਹਨ ਜੀ ਜਿਹੜੇ ਸਨ ਉਹ ਉੱਠ ਕੇ ਸਾਰ ਸੰਗਤ ਦੀ ਬਾਹਰ ਨੂੰ ਆਏ। ਤੀਜਾ ਸ਼ਬਦ ਗਾਵਿਆ ਤਾਂ ਪਛਾਣਿਆ ਵੀ ਇਹ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਹਨ। ਉਸੇ ਵੇਲੇ ਸਾਰ ਸੰਗਤ ਜਿਹੜੀਆਂ ਕੋਠੀਆਂ ਸਨ ਲਿਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚੇ। ਚੌਥਾ ਸ਼ਬਦ ਗਾਵਿਆ, ਕੋਠੀਆਂ ਗੁਰੂ ਮਹਾਰਾਜ ਸਾਹਿਬ ਜੀ ਦੇ ਹੱਥ ਕਮਲਾਂ ਵਿੱਚ ਫੜਾ ਕਰਕੇ ਸਾਰ ਸੰਗਤ ਦੀ ਮੱਥਾ ਟੇਕ ਦਿੱਤਾ ਬਾਬਾ ਮੋਹਨ ਜੀ ਨੇ। ਜਿਹੜੇ ਬਾਬੇ ਮੋਹਨ ਨੇ ਸ੍ਰੀ ਗੁਰੂ ਅਰਜਨ ਦੇਵ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੂੰ ਨਮਸਕਾਰ ਨਹੀਂ ਸੀ ਕੀਤੀ, ਤੀਜੇ ਪਾਤਸ਼ਾਹ ਜੀ ਦਾ ਬਚਨ ਮੰਨ ਕੇ। ਤੇ ਬਾਬਾ ਮੋਹਨ ਜੀ ਦੇ ਤਾਈ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ ਸੀ ਵੀ ਪੁੱਤਰਾ ਬਾਕੀ ਸਾਰਿਆਂ ਨੇ ਤਾਂ ਨਮਸਕਾਰ ਕਰ ਲਈ ਹੈ, ਪਰ ਤੂੰ ਆਖਰੀ ਹੀ ਹੈ, ਤੂੰ ਨਮਸਕਾਰ ਨਹੀਂ ਕੀਤੀ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ। ਉਹ ਬਚਨਾ ਕਰਕੇ ਬਾਬੇ ਮੋਹਨ ਨੂੰ ਅਫਰੇਮਾ ਹੀ ਰਹਿੰਦਾ ਸੀ। ਸਾਰ ਸੰਗਤ ਦੀ ਉਹ ਲੋਟ ਨਹੀਂ ਸੀ ਆਇਆ, ਬਥੇਰੀ ਇੱਧਰੋਂ ਉੱਧਰੋਂ ਬਥੇਰਾ ਇਹਨਾਂ ਨੇ ਸਾਰ ਸੰਗਤ ਦੀ ਜੋਰ ਮਾਰਿਆ, ਆਪ ਵੀ ਕਰਾਮਾਤੀ ਸਨ, ਪਰ ਗੁਰੂ ਮਹਾਰਾਜ ਦੇ ਬਚਨਾ ਕਰਕੇ ਅਫਰੇਮਾ ਉਵੇਂ ਹੀ ਰਿਹਾ ਸੀ। ਫਿਰ ਸਤਿਗੁਰੂ ਮਹਾਰਾਜ ਸਾਹਿਬ ਨੇ ਵੀ ਨਾਲ ਬਚਨ ਕੀਤਾ ਸੀ ਵੀ 5ਵੇਂ ਸਰੂਪ ਦੇ ਵਿੱਚ ਜਦੋਂ ਇਹਨਾਂ ਦੇ ਸਾਹਿਬਜ਼ਾਦੇ ਆਉਣਗੇ ਗੁਰੂ ਰੂਪ ਦੇ ਵਿੱਚ, ਉਸ ਵੇਲੇ ਤੁਸੀਂ ਮੱਥਾ ਟੇਕੋਗੇ ਤਾਂ ਤੁਹਾਡਾ ਫਰੇਮਾ ਠੀਕ ਹੋਵੇਗਾ, ਨਹੀਂ ਤਾਂ ਨਹੀਂ। ਇੱਕ ਤਾਂ ਫਰੇਮੇ ਤੋਂ ਵੀ ਤੰਗ ਸਨ, ਤੇ ਦੂਜੀ ਬਾਤ ਇਹ ਹੋਈ ਸਾਰ ਸੰਗਤ ਦੀ ਪੂਰਨ ਰੂਪ ਦੇ ਵਿੱਚ ਇਹਨਾਂ ਨੂੰ ਵਾਹਿਗੁਰੂ ਪਰਮੇਸ਼ਵਰ ਦਾ ਰੂਪ ਜਾਣਿਆ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਰੂਪ ਜਾਣ ਕਰਕੇ ਝੁਕੇ। ਉਸ ਸਥਾਨ ਤੋਂ ਗੁਰੂ ਮਹਾਰਾਜ ਜੀ ਨੇ ਸਾਰ ਸੰਗਤ ਦੀ ਪਾਲਕੀ ਸਾਹਿਬ ਦੇ ਵਿੱਚ ਕੋਠੀਆਂ ਸਜਾਈਆਂ। ਕੋਠੀਆਂ ਸਜਾ ਕਰਕੇ ਰਣ ਸੰਗੀ ਵਜਾਉਂਦਿਆਂ ਹੋਇਆਂ ਸਾਰ ਸੰਗਤ ਦੀ ਬਹੁਤ ਜਿਹੜਾ ਲਾਮ ਲਸ਼ਕਰ ਦੇ ਨਾਲ ਸੰਖ ਪੂਰਦਿਆਂ ਹੋਇਆਂ, ਘੜਿਆਲ ਖੜਕਾਉਂਦਿਆਂ ਹੋਇਆਂ, ਬਹੁਤ ਜਿਹੜਾ ਸਾਰ ਸੰਗਤ ਦੀ ਕੀਰਤਨ ਕਰਦਿਆਂ ਹੋਇਆਂ ਨਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਗੋਂਦਵਾਲ ਸਾਹਿਬ ਤੋਂ ਲੈ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਾਰ ਸੰਗਤ ਦੀ ਨੰਗੇ ਕਰਨੀ ਆਏ। ਆਪ ਖੁਦ ਚੌਰ ਸਾਹਿਬ ਕਰਦੇ ਰਹੇ ਪਾਤਸ਼ਾਹ ਜੀ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਆ ਕੇ ਜਿੱਥੇ ਅੱਜ 68 ਘਾਟ ਵਾਲਾ ਅਸਥਾਨ ਹੈ, ਥੜਾ ਸਭ ਬਣਿਆ ਹੋਇਆ ਹੈ, ਉਸ ਅਸਥਾਨ ਦੇ ਉੱਪਰ ਸਾਰ ਸੰਗਤ ਦੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਆਖਿਆ ਕਰਦੇ ਸਨ ਵੀ ਉਸ ਅਸਥਾਨ ਦੇ ਉੱਤੇ ਸਾਰੀਆਂ ਜਿਹੜੀਆਂ ਕੋਠੀਆਂ ਸਨ ਲਿਆ ਕਰਕੇ ਸਜਾਈਆਂ ਗਈਆਂ, ਪਾਲਕੀ ਸਾਹਿਬ ਸਜਾਇਆ ਗਿਆ। ਸਾਰਾ ਦਿਨ ਗੁਰੂ ਕੀ ਸਿੱਖ ਸੰਗਤ ਨੇ ਸਾਰ ਸੰਗਤ ਦੀ ਦਰਸ਼ਨ ਦੀਦਾਰ ਕੀਤੇ, ਔਰ ਰਾਤ ਦੇ ਵੇਲੇ ਕੋਠਾ ਸਾਹਿਬ ਗੁਰੂ ਘਰ ਹੈ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਖੁਦ ਸੁਖ ਲਿਆ ਕਰਦੇ ਸਨ, ਉੱਥੇ ਬੜਾ ਸੋਹਣਾ ਪਲੰਘਾ ਸਾਰ ਸੰਗਤ ਦੀ ਸਜਾ ਕਰਕੇ ਕੋਠੀਆਂ ਸਜਾਈਆਂ ਗਈਆਂ। ਔਰ ਉਸ ਰਾਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਭੁੰਜੇ ਸਾਰ ਸੰਗਤ ਦੀ ਉਸੇ ਸਥਾਨ ਤੇ ਕੋਠਾ ਸਾਹਿਬ ਦੇ ਵਿੱਚ ਹੀ ਜਿੱਥੇ ਪਲੰਘੇ ਉੱਪਰ ਕੋਠੀਆਂ ਸਜਾਈਆਂ ਸਨ, ਸਤਿਗੁਰੂ ਜੀ ਨੇ ਉੱਥੇ ਭੁੰਜੇ ਹੀ ਸਾਰ ਸੰਗਤ ਦੀ ਚਾਦਰ ਦੀ ਵਿਛਾ ਕਰਕੇ ਪ੍ਰੇਮ ਦੇ ਨਾਲ ਲੰਮੇ ਪੈਣਾ ਕੀਤਾ, ਸੁਖ ਲੈਣਾ ਕੀਤਾ। ਸੰਗਤਾਂ ਨੇ ਬੇਨਤੀ ਕੀਤੀ, ਸਿੱਖਾਂ ਨੇ ਆਖਿਆ ਪਾਤਸ਼ਾਹ ਜੀ ਆਪ ਜੀ ਕਿਰਪਾ ਦ੍ਰਿਸ਼ਟੀ ਕਰਕੇ
तरंग उपर सौ जाओ, असीं तुहाडा नाल तरंगा ला दिंदे आ। तुहाडे विच गुरु की बाणी विच की फर्क है? तुहाडी रचना तो निकली हुई है सारी की सारी। सतगुरु जी ने उस वेले आख्या, भाई जेकर असीं भी गुरु महाराज साहिब की बाणी का सत्कार करांगे, आउण वाले समय दे विच जिहड़े सिख ने वो किवें सत्कार करनगे? उन्होंने साडे पासों ही सिक्ख्या लैनी है। इस करके सार संत जी गरीबनवाल पातशाह जी उस वेले सार संत जी उस वेले गुरु पातशाह जी नंद दे नाल उस थां उपर सुख लैण लगे। कुछ समा लंघिया तो सतगुरु जी ने चाटी पिंड वाले पासे जिथे अज श्री रामसर साहब सार संत जी सरोवर बनया वो जगह पसंद की। बार बार एकांत दे विच सरोवर बनवाया। सरोवर बनवा करके उत्थे श्री सुखमनी साहिब गुरु की बाणी का जाप किया। सुखा की मणि सिखा नूं बख्शी, जिन्होंने पढ़ करके सार संत जी ब्रह्म विद्या ब्रह्म ज्ञान की प्राप्ति होंदी है। 24,000 जिहड़े सवास हैं वो सफले हो जाते हैं और सार संत जी 24 घंटे प्राणी के सफले हो जाते हैं। गुरु के लेखे लग जाते हैं। मना नूं ही सुख प्राप्त होंदे हैं। सुखा की मन्नी है सार संत जी। पुराने समय में बुढ़िया ना क्या करें, तैनूं मैं पका के दिंदी हां वड्डे भलवान नूं मन्नी। वो रोटी सार संत जी चंगी तगड़ी पका के दिया करदियां सन। एवें सुखा की मन्नी भी कह लो, सुखा की मणी, इहदे विचों सुख सार संत जी अमृत रूप चो के पै रहे हैं। सो एवें सार संत जी गुरु की बाणी गुरु पातशाह जी ने धन श्री गुरु अर्जन देव महाराज जी ने सिखा नूं बख्शना की। उस स्थान के उपर फिर सतगुरु जी ने सुंदर सार संत जी तंबू अर्क सजवाया। तंबू लगवा करके फिर श्री गुरु ग्रंथ साहिब महाराज साहब जी की जिहड़ी लिखवाई थी, भाई साहब भाई गुरदास जी ने लिखारी ला करके आरंभ की। सारिਆਂ तो पहला तरतीबवार सार संत जी गुरु की बाणी लिखना की सतगुरां ने। फिर जिहड़े विच भगत सन वो भी सार संत जी सूखम रूप दे विच सतगुरु महाराज जी के चरणों में पहुंचण लगे। 15 भगत सन साहिब कबीर जी, फरीद साहिब जी, भगत धन्ना जी, भगत पीपा जी, भगत नामदेव जी, रामानंद जी, इसे तरह के सूरदास जी, सार संत जी 15 जिहड़े भगत सन उन्होंने गुप्त रूप दे विच आड़ करके श्री गुरु अर्जन देव महाराज साहिब जी के चरणों में नमस्कार करनी। हर रोज अमृत वेले जिहड़ी गुरबाणी सी वो लिखा करके जानी। एक दिन की बात है कि भाई साहब भाई गुरदास जी जिहड़े सन उन्होंने शंका की, महाराज आज भगतां की बाणी लिखवाउने हो, पर भगतां ने किहड़े दर्शन तो होई ही नहीं। सतगुरु महाराज जी हंस के कह लगे, भाई गुरदास जी तुहानूं भी दर्शन करा देवांगे, इउं करिओ कल नूं अमृत वेले तुसीं जिवें हुण हर रोज आपदी टाइम नाल आउंदे हो, अज दे समय तो थोड़ा समा पहलां आइओ। कल नूं तुसीं इशनान पाणी किरती इशनान करके आइओ। उस वेले सार संत जी भाई साहब भाई गुरदास जी तैयार पर तैयार हो करके साजरी सार संत जी मूँह मडेरे अमृत वेले ही पहलां वाले टाइम तो कुछ कुछ समा पहलां श्री गुरु अर्जन देव महाराज जी के चरणों में जा हाजिर होए। जाके की वेख्या भी 15 के 15 जिहड़े भगत ने सतगुरु जी के चरणों में बड़े प्यार अदब सत्कार में बैठे ने हथ जोड़ करके। और भगत धन्ना जी हो गए, भगत कबीर साहब जी हो गए, सारे दे सारे आपो अपनी बाणी उच्चारण करके सुना रहे हैं। भगतां के दर्शन मिले हुए, मुलाकात हुई, वचन विलाप होए। और सार संत जी जिवें गुरु की बाणी का वचन है, जल विचों बिंब उठालिओ जल माहे समाइया। कि पानी के विचों छल्ला पैरा हुंदियां ने, पानी समुंदर अपने विचों अपने आप ही छल्ला पैरा करता है ते अपने आप ही विच लीन कर लैंदा है। ऐवें श्री गुरु अर्जन देव महाराज जी ने अपनी सार संत जी करामात द्वारा जिहड़े 15 के 15 भगत सन उन्हां नूं हुक्म करके सार संत जी बुलाउणा कीता, प्रगट कीता अपने सामने सूखम रूप दे विच, फिर अपने आप ही विदा कर दिता। भगतां की बाणी सार संत जी इस प्रकार श्री गुरु अर्जन देव महाराज ने भाई गुरदास साहब जी को लिखवाउणा कीती। फिर सार संत जी सहस्कृति जिहड़ी गुरबाणी थी, हरी लाल और कृष्ण लाल दोवें जने सतगुरां दे चरनी आए। उन्होंने सार संत जी बेअंत उन्होंने विद्या पढ़ी सी, पर कितों भी उन्होंने शांति प्राप्त ना हुई। फिर उन्होंने अपने जिहड़े वड्डे वडेरे सन उन्हां दा पुस्तकालय फरोलिया। मतलब कि जिथे उन्होंने वड्डे वडेरियां दे ग्रंथ सन वो सार संत जी घर नूं जिवें अजकल आपां लाइब्रेरी कह दिंदे आ, वो सार संत जी पुस्तकालय पुस्तकां दा जिहड़ा घर सी, ग्रंथां दा जिहड़ा घर सी उन्होंने फरोलना कीता भी सानूं की पता भी वड्डे वडेरियां तो कोई जुगती प्राप्त हो जाए। उन्होंने सार संत जी पुस्तकालय नूं खोलदे एक सार संत जी गुरु की बाणी के दर्शन किए, जिहड़े कि 4 श्लोक आउंदे ने सहस्कृति गुरबाणी दे श्री गुरु नानक देव महाराज जी।
ਉਹ ਕਾਗਜ਼ ਉੱਪਰ ਲਿਖੇ ਸਨ। ਜਦੋਂ ਉਹਨਾਂ ਨੇ ਬਾਣੀ ਪੜ੍ਹੀ ਤਾਂ ਦਿਲ ਨੂੰ ਸ਼ਾਂਤੀ ਆ ਗਈ, ਠੰਡ ਪੈ ਗਈ ਸਾਧ ਸੰਗਤ ਦੇ ਅੰਦਰ। ਮਨ ਵਿੱਚ ਖਿਆਲ ਕੀਤਾ ਵੀ ਮਨਾ ਵੀ ਸਾਡਾ ਜਿਹੜਾ ਦਾਦਾ ਸੀਗਾ ਉਹਦੇ ਤਾਈਂ ਗੁਰੂ ਮਹਾਰਾਜ ਜੀ ਨੇ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ ਕਰਕੇ ਨਿਹਾਲ ਕੀਤਾ ਸੀ ਤੇ ਹੁਣ ਸਾਨੂੰ ਭਾਲ ਕਰਨੀ ਚਾਹੀਦੀ ਹੈ ਵੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਜਿਹੜਾ ਘਰ ਕਿੱਥੇ ਹੈ। ਪੁੱਛ-ਗਿੱਛ ਕੀਤੀ, ਉਸ ਵੇਲੇ ਪਤਾ ਲੱਗਿਆ ਵੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਹਨ। ਉਹਨਾਂ ਨੇ ਸਾਧ ਸੰਗਤ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਚਾਰ ਜਿਹੜੇ ਸੰਸਕ੍ਰਿਤੀ ਗੁਰਬਾਣੀ ਦੇ ਸ਼ਲੋਕ ਸਨ ਪਹਿਲੇ ਪਾਤਸ਼ਾਹ ਜੀ ਦੇ ਉਹ ਭੇਂਟ ਕੀਤੇ, ਲਿਆ ਕਰਕੇ ਅਰਪਣ ਕੀਤੇ ਦਿੱਤੇ। ਫਿਰ ਆਪ ਵੀ ਬੇਨਤੀ ਕੀਤੀ, ਮਹਾਰਾਜ ਕਿਰਪਾ ਦ੍ਰਿਸ਼ਟੀ ਕਰਕੇ ਸਾਡਾ ਮੂੰਹ ਅਦਕ ਨਿਵਰਤ ਕਰਨਾ ਕਰੋ। ਸਾਡੀ ਬਹੁਤ ਜ਼ਿਆਦਾ ਬਿਰਤੀ ਹੈ ਜਿਹੜੀ ਇਹ ਸੰਸਾਰੀ ਬੰਧਨਾਂ ਵਿੱਚ ਬੰਧੀ ਪਈ ਹੈ, ਫਸੀ ਪਈ ਹੈ। ਸਤਿਗੁਰੂ ਜੀ ਨੇ ਫਿਰ ਸਾਧ ਸੰਗਤ ਜੀ ਉਹਨਾਂ ਦਾ ਮੋਹ ਤੋੜਨ ਦੇ ਵਾਸਤੇ, ਉਹਨਾਂ ਨੂੰ ਸੰਸਾਰ ਵੱਲੋਂ ਵਿਰਾਗ ਕਰਨ ਦੇ ਵਾਸਤੇ ਔਰ ਬ੍ਰਹਮ ਵਿਦਿਆ ਬ੍ਰਹਮ ਗਿਆਨ ਦੀ ਦਾਤ ਬਖਸ਼ਣ ਦੇ ਵਾਸਤੇ ਸ੍ਰੀ ਸੰਸਕ੍ਰਿਤੀ ਗੁਰਬਾਣੀ ਜਿਹੜੀ ਸੀ ਸਾਧ ਸੰਗਤ ਦੀ ਉਚਾਰਨ ਕੀਤੀ ਉਹਨਾਂ ਦੇ ਨਿਮਿਤ। ਔਰ ਨਾਲ ਹੀ ਇਹ ਬਚਨ ਕੀਤਾ ਵੀ ਜੇਕਰ ਕੋਈ ਵੀ ਗੁਰਸਿੱਖ ਪ੍ਰਾਣੀ ਚੜ੍ਹਾਈ ਕਰ ਜਾਵੇ, ਜੇਕਰ ਇਸ ਸੰਸਕ੍ਰਿਤੀ ਗੁਰਬਾਣੀ ਦਾ ਜਾਪ ਕੀਤਾ ਜਾਵੇ ਔਰ ਜਾਂ ਫਿਰ ਕਥਾ ਕੀਤੀ ਜਾਵੇ ਤੇ ਉਹ ਜਿਹੜਾ ਪ੍ਰਾਣੀ ਹੈ ਨਾ ਜਿਹਦੇ ਨਿਮਿਤ ਵੀ ਇਹ ਬਾਣੀ ਪੜ੍ਹੀ ਜਾਵੇਗੀ ਜਾਂ ਕਥਾ ਹੋਵੇਗੀ, ਉਹ ਕਦੇ ਵਾਸਤੇ ਟੇਢੀਆਂ ਮਿੱਢੀਆਂ ਜੂਨਾਂ ਵਿੱਚ ਨਹੀਂ ਜਾਵੇਗਾ ਔਰ ਉਹਨੂੰ ਚੰਗੀ ਗਤੀ ਪ੍ਰਾਪਤ ਹੋਵੇਗੀ। ਇਹ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ। ਫਿਰ ਸਾਧ ਸੰਗਤ ਦੀ ਭੱਟ ਜਿਹੜੇ ਸਨ ਇਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਹਜ਼ੂਰੀ ਵਿੱਚ ਆਏ। ਇਹਨਾਂ ਭੱਟਾਂ ਦੇ ਆਉਣ ਤੋਂ ਪਹਿਲਾਂ ਸਾਧ ਸੰਗਤ ਦੀ ਲਾਹੌਰ ਦੇ ਰਹਿਣ ਵਾਲੇ ਸਨ ਭਗਤ ਕੰਨਾ ਹੋ ਗਿਆ, ਭਗਤ ਪੀਲੂ ਹੋ ਗਿਆ, ਇਸੇ ਤਰੀਕੇ ਦੇ ਨਾਲ ਸਾਧ ਸੰਗਤ ਦੀ ਛੱਜੂ ਹੋ ਗਿਆ। ਤੇ ਕੁਝ ਕੁ 4-5 ਭਗਤ ਬਹੁਤ ਜ਼ਿਆਦਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੇਲੇ ਮਸ਼ਹੂਰ ਸਨ। ਇਹ ਲਾਹੌਰ ਦੇ ਰਹਿਣ ਵਾਲੇ ਸਨ। ਇਹਨਾਂ ਨੇ ਸੋਚਿਆ ਵੀ ਮਨਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਲਯੁਗ ਦਾ ਬੋਹਿਥ ਬਣਾ ਰਹੇ ਨੇ, ਜਹਾਜ਼ ਬਣਾ ਰਹੇ ਨੇ ਔਰ ਇਹ ਐਸੀ ਬਾਣੀਆਂ ਵੀ ਜਿਹੜੀ ਜੁਗੋ ਜੁਗ ਅਟਲ ਰਹੇਗੀ। ਕਿਉਂ ਨਾ ਹੋਵੇ ਵੀ ਆਪਾਂ ਵੀ ਜਾਇਆ ਕਰਕੇ ਉੱਥੇ ਹਾਜ਼ਰੀ ਭਰੀਏ, ਆਪਣੀ ਬਾਣੀ ਲਿਖਵਾ ਦਈਏ, ਅਸੀਂ ਵੀ ਜੁਗੋ ਜੁਗ ਅਟਲ ਹੋ ਜਾਵਾਂਗੇ, ਲੋਕ ਸਾਨੂੰ ਜਾਣਿਆ ਕਰਨਗੇ ਵੀ ਕੋਈ ਭਗਤ ਹੋਏ ਨੇ। ਇਹ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆਣ ਕੇ ਹਾਜ਼ਰ ਹੋਏ। ਬੇਨਤੀ ਕੀਤੀ ਵੀ ਤੁਸੀਂ ਜਿੱਥੇ ਦੂਜਿਆਂ ਭਗਤਾਂ ਦੀ ਬਾਣੀ ਆਪ ਦੀ ਲਿਖ ਰਹੇ ਹੋ, ਸਾਡੀ ਵੀ ਬਾਣੀ ਲਿਖੋ। ਸਤਿਗੁਰੂ ਮਹਾਰਾਜ ਨੇ ਆਖਿਆ ਭਾਈ ਉਚਾਰਨ ਕਰਕੇ ਸੁਣਾਓ। ਉਸ ਵੇਲੇ ਸਾਧ ਸੰਗਤ ਦੀ ਕਾਹਨਾ ਬੋਲਿਆ, ਵਾਹਿਗੁਰੂ ਛੱਜੂ ਬੋਲਿਆ। ਛੱਜੂ ਕਹਿਣ ਲੱਗਾ ਵੀ ਚੁੱਪ ਵੇ ਅੜਿਆ, ਚੁੱਪ ਵੇਲੇ ਆ, ਬੋਲਣ ਦੀ ਕਿਛ ਜਾਏ ਨਾ ਅੜਿਆ। ਸਤਿਗੁਰੂ ਮਹਾਰਾਜ ਜੀ ਹੱਸ ਕੇ ਕਹਿਣ ਲੱਗੇ ਇਹ ਗੁਰਮਤਿ ਦੇ ਆਸ਼ੇ ਅਨੁਸਾਰ ਨਹੀਂ, ਤੂੰ ਚੁੱਪ ਹੀ ਕਰਦਾ, ਇੱਥੇ ਹੀ ਚੁੱਪ ਕਰਦਾ, ਵਾਧੂ ਬੋਲਣ ਦੀ ਵਚਨ ਕਰਨ ਦੀ ਤੈਨੂੰ ਕੋਈ ਜ਼ਰੂਰਤ ਨਹੀਂ ਹੈ। ਇਹਨੂੰ ਵੀ ਆਖਿਆ, ਫਿਰ ਕਾਨੇ ਨੂੰ ਆਖਿਆ ਵੀ ਚੱਲ ਤੂੰ ਬੋਲ। ਕਹਿਣ ਲੱਗਾ ਜੀ ਉਹੀ ਰੇ ਮੈਂ ਉਹੀ ਰੇ, ਜਾ ਕੋ ਵੇਦ ਪੁਰਾਣ ਸਭ ਗਾਵੈ, ਖੋਜਤ ਖੋਜਤ ਕੋਈ ਰੇ। ਤੇ ਕਹਿੰਦਾ ਜੀ ਮੈਂ ਉਹੀਓ ਆ ਜਿਹਨੂੰ ਸਾਰੀ ਦੁਨੀਆ ਲੱਭਦੀ ਫਿਰਦੀ ਹੈ। 4 ਵੇਦ ਗਾਈ ਜਾਂਦੇ, 18 ਪੁਰਾਣ ਗਾਈ, ਪਰ ਕਹੇ ਉਹ ਤੇਰੀ ਬਾਣੀ ਹੰਕਾਰ ਵਾਲੀ ਹੈ। ਅਸੀਂ ਤਾਂ ਸਿੱਖਾਂ ਵਿੱਚ ਨਿਮਰਤਾ ਭਰਨੀ ਆ ਵੀ ਨਿਮਰਤਾ ਇੰਨੀ ਹੋਵੇ ਵੀ ਨਿਮਰਤਾ ਦੇ ਨਾਲ ਹੀ ਸਾਰਾ ਕੁਝ ਲੁੱਟ ਕੇ ਲੈ ਜਾ, ਬ੍ਰਹਮ ਵਿਦਿਆ ਬ੍ਰਹਮ ਗਿਆਨ ਪ੍ਰਾਪਤ ਹੋਵੇ। ਕਿਉਂਕਿ ਨਿਮਰਤਾ ਸਾਰਿਆਂ ਦਾ ਤਗੜਾ ਹਥਿਆਰ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਦੁਨੀਆ ਤਾਂ ਪਹਿਲਾਂ ਹੀ ਆਪਣੇ ਆਪ ਨੂੰ ਰੱਬ ਮਿਟੀ ਜਾਂਦੀ ਹੈ। ਭਲਿਆ ਮਾਨਸਾ ਤੂੰ ਆਪਣੇ ਆਪ ਨੂੰ ਰੱਬ ਕਹਿਣਾ, ਜਿਹੜਾ ਪੜੂਗਾ ਉਹ ਵੀ ਆਪਣੇ ਆਪ ਨੂੰ ਆਖੂਗਾ ਵੀ ਮੈਂ ਤਾਂ ਰੱਬ ਹੀ ਹੈ, ਮੈਨੂੰ ਕਿਹੜਾ ਕੁਝ ਲੱਗ ਚੱਲਿਆ, ਪਾਪ ਜ਼ਿਆਦਾ ਕਰਨਗੇ। ਕਲਯੁਗੀ ਜੀਵ ਤਾਂ ਅੱਗੇ ਹੀ ਨਹੀਂ ਮਾਣ ਹੈਗੇ। ਇਸ ਕਰਕੇ ਪ੍ਰੇਮਾ ਭਗਤੀ ਸੰਸਕਾਰ ਵਿਰਾਗ ਵਿਵੇਕ ਖੜ ਸੰਪਤੀ ਮੋਖ ਇੱਛਾ ਇਤਿਆਰਕ ਸਭ ਗੁਣ ਪੈਦਾ ਕਰਨੇ ਅਸੀਂ ਆਪਣੀ ਸੰਗਤ ਦੇ ਵਿੱਚ। ਤੇਰੀ ਬਾਣੀ ਵੀ ਪ੍ਰਵਾਨ ਨਹੀਂ। ਫਿਰ ਇੱਕ ਬੋਲਿਆ, ਕਹਿਣ ਲੱਗਾ ਜੀ ਮੇਰੀ ਬਾਣੀ ਵੀ ਆਪ ਜੀ ਦਰਜ ਕਰੋ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਤੂੰ ਵੀ ਬੋਲ, ਫਿਰ ਕੀ ਬੋਲਦਾ ਹੈ। ਉਸ ਵੇਲੇ ਉਹ ਕਹਿੰਦਾ ਜੀ ਪੀਲੂ ਭਗਤ ਬੋਲਿਆ, ਕਹਿੰਦਾ ਪੀਲੂ ਅਸਾਂ ਨਾਲੋਂ ਸੋ ਭਲੇ ਵੀ ਜੰਮਦਿਆਂ ਜੋ ਮੋਏ, 19 ਚੱਕੜ ਪਾਉ ਨਾ ਡੁੱਬਿਆ ਨਾ ਆਰੂਦ ਭਏ। ਤੇ ਕਹਿਣ ਲੱਗਾ ਜੀ ਸਾਡੇ ਨਾਲੋਂ ਬਹੁਤੀ ਜ਼ਿਆਦਾ ਚੰਗੇ ਹਨ ਜਿਹੜੇ ਜੰਮਦੇ ਹੀ ਮਰ ਗਏ। ਕਿਉਂਕਿ ਉਹਨਾਂ ਨੇ ਸੰਸਾਰ ਦੇ ਮੋਹ ਮਮਤਾ ਰੂਪੀ ਚੱਕੜ ਦੇ ਵਿੱਚ ਆਪਣਾ ਪੈਰ ਨਹੀਂ ਡੁਬੋਇਆ। ਮਨ ਰੂਪੀ ਜਿਹੜਾ ਪੈਰ ਸੀ ਉਹਨਾਂ ਦਾ ਨਹੀਂ ਡੁੱਬਿਆ, ਤੇ ਜਿਸ ਕਰਕੇ ਉਹ ਕਲੰਕੀ ਵੀ ਨਹੀਂ ਹੋਏ, ਦਾਗੀ ਵੀ ਨਹੀਂ ਹੋਏ, ਜਦ ਇਹੋ ਜਿਹੀ ਚਲੇ ਗਏ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਭਲਿਆ ਮਾਨਸਾ ਮਨੁੱਖਾ ਜਨਮ ਦੀ ਤਾਂ ਕੀਮਤ ਹੀ ਬਹੁਤ ਜ਼ਿਆਦਾ ਹੈ, ਮਨੁੱਖਾ ਜਨਮ ਤਾਂ ਨਿਰਮੋਲਕ ਹੈ। ਤੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਵੀ ਨਹੀਂ, ਤੇਰੀ ਬਾਣੀ ਦੀ ਪ੍ਰਵਾਨ ਨਹੀਂ। ਜਦੋਂ ਇਹਨਾਂ ਦੀ ਬਾਣੀ ਪ੍ਰਵਾਨ ਨਾ ਕੀਤੀ, ਗੁਰਮਤਿ ਦੇ ਆਸ਼ੇ ਦੇ ਅਨੁਸਾਰ ਜਦੋਂ ਸਤਿਗੁਰੂ ਨੇ ਦੇਖਿਆ ਵੀ ਨਹੀਂ ਹੈਗੀ, ਇਹਨਾਂ ਨੂੰ ਸਾਧ ਸੰਗਤ ਦੀ ਪਾਤਸ਼ਾਹ ਜੀ ਨੇ ਮਨਾ ਕਰ ਦਿੱਤਾ। ਉਸ ਵੇਲੇ ਇਹਨਾਂ ਵਿੱਚੋਂ ਜਿਹੜਾ ਕਾਹਨਾ ਸੀ ਨਾ, ਜਦੋਂ ਨਾਰਾਜ਼ ਹੋ ਕੇ ਬੋਲਿਆ,
ਤੇ ਉਹਨੇ ਆਪਦੇ ਵੱਲੋਂ ਤਾਂ ਸ਼ਰਾਬ ਦਿੱਤਾ, ਪਰ ਹੈਗੇ ਭਵਿੱਖਤ ਬਚਨੀ ਸਨ। ਕਹਿਣ ਲੱਗਾ ਜੀ ਤੁਸੀਂ ਸਾਡੀ ਬਾਣੀ ਪ੍ਰਵਾਨ ਨਹੀਂ ਨਾ ਕੀਤੀ ਗਈ, ਕੋਈ ਗੱਲ ਨਹੀਂ, ਆਉਣ ਵਾਲੇ ਸਮੇਂ ਵਿੱਚ ਤੁਸੀਂ ਤੁਰਕਾਂ ਦੇ ਘਰ ਦੇ ਵਿੱਚ ਮਤਲਬ ਕਿ ਸਰੀਰ ਸ਼ਾਤ ਕਰੋਗੇ, ਤੁਹਾਨੂੰ ਪੱਕੀ ਤਵੀ ਉੱਪਰ ਬੈਠਣਾ ਪਵੇਗਾ। ਸਤਿਗੁਰੂ ਜੀ ਹੱਸ ਕੇ ਕਹਿਣ ਲੱਗੇ ਉਹ ਭਵਿੱਖਬਾਣੀ ਕਰਦਾ ਪਿਆ ਹੈ, ਇਹਦਾ ਸਾਨੂੰ ਪਤਾ ਹੀ ਹੈ ਜੋ ਕੁਝ ਹੋਣਾ ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਣਾ ਹੀ ਹੈ, ਪਰ ਵਚਨ ਜਿਵੇਂ ਛੱਡੀਦਾ ਉਹ ਤੁਸੀਂ ਤੈਨੂੰ ਦੱਸਦੇ ਵੀ ਕਿਵੇਂ ਛੱਡੀਦਾ। ਸਤਿਗੁਰੂ ਜੀ ਕਹਿਣ ਲੱਗੇ ਤੂੰ ਲਾਹੌਰ ਨਹੀਂ ਪਹੁੰਚੇਗਾ, ਜਿਹੜੇ ਦਸਮ ਦੁਆਰ ਦਾ ਮਾਣ ਕਰਦਾ ਨਾ ਵੀ ਮੈਂ ਦਸਮ ਦੁਆਰ ਦੇ ਸਵਾਸ ਟਕਾ ਕੇ ਜੁਗਾ ਤੱਕ ਵੀ ਬੈਠ ਸਕਦਾ ਹੈ, ਪਾਤਸ਼ਾਹ ਜੀ ਕਹਿੰਦੇ ਤੇਰਾ ਦਸਮ ਦੁਆਰ ਹੀ ਟੁੱਟੂ ਪੁੱਤ। ਸਤਿਗੁਰੂ ਜੀ ਨੇ ਜਦੋਂ ਇਹ ਬਚਨ ਕੀਤਾ, ਸਾਧ ਸੰਗਤ ਜੀ ਇਹ ਤੁਰ ਪਏ ਸ੍ਰੀ ਅੰਮ੍ਰਿਤਸਰ ਸਾਹਿਬ ਤੇ। ਜਦੋਂ ਲਾਹੌਰ ਵੱਲ ਨੂੰ ਜਾ ਰਹੇ ਸਨ, ਰਥ ਦੇ ਉੱਪਰ ਸਵਾਰ ਸਨ, ਲਾਹੌਰ ਸ਼ਹਿਰ ਦਿਸਣ ਲੱਗ ਪਏ, ਇਹਨੂੰ ਮਾਣ ਹੋ ਗਿਆ, ਕਰ ਲੈ ਮਹਾਰਾਜ ਦਾ ਕਿਹੜਾ ਬਚਨ ਪੂਰਾ ਹੋਇਆ। ਜਦੋਂ ਇਹਨੂੰ ਇੰਨੀ ਗੱਲ ਫੁਰੀ, ਉਸੇ ਵਾਸੀ ਪਰਮੇਸ਼ਰ ਵੱਲੋਂ ਸਾਰ ਸੰਗਰੀ ਐਸੀ ਆਵਾਜ਼ ਚੱਲੀ ਕਿ ਹਨੇਰੀ ਚੱਲੀ ਵੀ ਚਾਣ ਤੱਕ ਆਪਣੇ ਆਪ ਹੀ ਟੈਂਕਰ ਜਿਹੜੇ ਸਨ ਉੱਡਣ ਲੱਗ ਪਏ, ਤੇ ਮਿੱਟੀ ਉੱਡ ਗਿਆ ਕਿ ਟੈਂਕਰ ਉੱਡਣ ਲੱਗ ਪਏ। ਇਹਨਾਂ ਦੇ ਜਿਹੜੇ ਭੌਲਕ ਸਨ ਉਹਨਾਂ ਦੇ ਅੱਖਾਂ ਦੇ ਟੈਂਕਰ ਆੜਕ ਪੈ ਗਏ, ਜਿਹਦੇ ਕਰਕੇ ਜਾਨਵਰ ਘਾਬਰ ਗਏ। ਉਹ ਘਾਬਰ ਗਏ, ਸਾਰ ਸੰਗਰੀ ਉਹਨਾਂ ਨੇ ਨਾ ਛਾਲ ਮਾਰੀ, ਉਹ ਨੀਵੇਂ ਥਾਂ ਤੇ ਹੋ ਗਏ। ਪੀਲੂ ਜਿਹੜਾ ਸੀ ਵਾਹਿਗੁਰੂ ਜਿਹੜਾ ਕਾਨਾ ਭਗਤ ਸੀ ਉਹ ਅੱਗੇ ਬੈਠਾ ਸੀ। ਜਦੋਂ ਸਾਰ ਸੰਗਰੀ ਚੱਕਾ ਉਹਦੇ ਨੀਵੇਂ ਥਾਂ ਤੇ ਜਾ ਕੇ ਵੱਜਿਆ, ਉਹ ਆਪਣੇ ਆਪ ਹੀ ਉੱਲਰ ਕੇ ਨਾ, ਸਾਰ ਸੰਗਰੀ ਦਾ ਕਾਨਾ ਸੀਗਾ ਉਹ ਆਪਣੇ ਆਪ ਹੀ ਉੱਲਰ ਕੇ ਰਥ ਦੇ ਪਹੀਏ ਦੇ ਅੱਗੇ ਜਾ ਗਿਆ। ਉਹ ਜਾਨਵਰ ਘਬਰਾ ਗਏ, ਸਾਰ ਸੰਗਰੀ ਜਿਹੜੇ ਭੌਲਕ ਸਨ ਘਬਰਾ ਗਏ। ਉਹ ਜ਼ੋਰ ਮਾਰਿਆ ਤੇ ਸਿਰ ਦੇ ਉੱਤੋਂ ਦੀ ਸਾਰ ਸੰਗਰੀ ਰਥ ਦਾ ਪਹੀਆ ਲੰਘ ਗਿਆ, ਸਿਰ ਉੱਥੇ ਟੁੱਟ ਗਿਆ ਖੱਖੜੀ ਜਾਂਗੋਂ। ਉਹ ਮਹਾਰਾਜ ਦੇ ਬਚਨ ਪੂਰੇ ਹੋਏ ਗੁਰੂ ਸਾਹਿਬ ਜੀ ਦੇ। ਫਿਰ ਸਾਰ ਸੰਗਰੀ ਜਿਹੜੇ ਭੱਟ ਸਨ ਉਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਹਜ਼ੂਰੀ ਵਿੱਚ ਆਏ। ਭੱਟਾਂ ਦੀ ਬਾਤ ਇਉਂ ਹੋਈ, ਕਹਿੰਦੇ ਵੀ ਦੇਵਲੋਕ ਦੇ ਵਿੱਚ ਕੀ ਹੋਇਆ ਵੀ ਚਾਰੇ ਜਿਹੜੇ ਵੇਦ ਸਨ ਬ੍ਰਹਮੇ ਦੇ ਸਮੇਤ ਇਹਨਾਂ ਨੂੰ ਮਾਣ ਹੋ ਗਿਆ ਵੀ ਜੇ ਅਸੀਂ ਦੁਨੀਆ ਤੇ ਨਾ ਹੋਈਏ ਤਾਂ ਦੁਨੀਆ ਨੂੰ ਗਿਆਨ ਹੀ ਕੋਈ ਨਾ ਹੋਵੇ ਤੇ ਰੱਬ ਨੂੰ ਕੋਈ ਬੇਰਾ ਵੱਟੇ ਬਣਾ ਪੁੱਛੇ। ਇਹਨਾਂ ਨੂੰ ਐ ਮਾਣ ਹੋ ਗਿਆ। ਸਾਰ ਸੰਗਰੀ ਜਦੋਂ ਇਸ ਤਰੀਕੇ ਨਾਲ ਅਭਿਮਾਨ ਹੰਕਾਰ ਹੋ ਗਿਆ, ਇੱਕ ਵਾਰ ਕੀ ਹੋਇਆ ਵੀ ਚਾਣ ਤੱਕ ਹੀ ਵਾਹਿਗੁਰੂ ਪਰਮੇਸ਼ਰ ਜੀ ਦੇਵਤਿਆਂ ਦੀ ਸਭਾ ਵਿੱਚ ਆਏ, ਬਾਕੀ ਤਾਂ ਸਾਰੇ ਦੇ ਸਾਰੇ ਉੱਠ ਕੇ ਖਲੋ ਗਏ, ਪਰ ਸਾਰ ਸੰਗਰੀ ਇਹ ਨਾ ਖਲੋਤੇ, ਚਾਰੇ ਵੇਰ ਤੇ ਬ੍ਰਹਮਾ ਬੈਠਾ ਰਿਹਾ। ਉਸ ਵੇਲੇ ਵਾਹਿਗੁਰੂ ਪਰਮੇਸ਼ਰ ਜੀ ਨੇ ਤਾਂ ਸਾਰ ਸੰਗਰੀ ਕੋਈ ਬਚਨ ਨਾ ਕੀਤਾ। ਵਿਸ਼ਨੂੰ ਨੇ ਨਾਰਾਜ਼ ਹੋ ਕਰਕੇ ਉਹਨਾਂ ਨੂੰ ਸ਼ਰਾਪ ਦਿੱਤਾ, ਕਹਿੰਦਾ ਓਏ ਤੁਸੀਂ ਵਾਹਿਗੁਰੂ ਦਾ ਸਤਿਕਾਰ ਕੋਈ ਨਹੀਂ ਕੀਤਾ ਪਰਮੇਸ਼ਵਰ ਦਾ, ਜਾਓ ਤੁਸੀਂ ਦੇਵਲੋਕ ਵਿੱਚ ਰਹਿਣ ਦੇ ਯੋਗ ਨਹੀਂ ਰਹੇ, ਜਾਓ ਚਾਰੇ ਵੇਲੇ ਤੁਹਾਨੂੰ ਮਾਣ ਹੋ ਗਿਆ। ਇੱਕ ਇੱਕ ਜਿਹੜਾ ਵੇਰ ਹੈ ਚਾਰ ਚਾਰ ਜਾ ਕਰਕੇ ਮਨੁੱਖਾ ਸਰੀਰ ਧਾਰੀ ਸੰਸਾਰ ਦੇ ਵਿੱਚ, ਫਿਰ ਇੱਕ ਇੱਕ ਵੇਦ ਨੇ ਸਾਰ ਸੰਗਰੀ ਚਾਰ ਚਾਰ ਸਰੀਰ ਧਾਰੇ ਸਨ। ਤੇ ਨਾਲੇ ਸਾਰ ਸੰਗਰੀ ਜਿਹੜਾ ਬ੍ਰਹਮਾ ਸੀ ਉਹਨੂੰ ਵੀ ਸ਼ਰਾਪ ਦਿੱਤਾ, ਜਾ ਵੀ ਤੂੰ ਵੀ ਜਾ ਕਰਕੇ ਮਨੁੱਖਾ ਜਨਮ ਧਾਰ ਸੰਸਾਰ ਦੇ ਵਿੱਚ ਆਮ ਜੀਵਾਂ ਵਾਂਗੂ ਜੀਵ। ਫਿਰ ਇਹ ਕਹਿਣ ਲੱਗੇ ਤੁਸੀਂ ਸ਼ਰਾਪ ਤਾਂ ਦੇ ਦਿੱਤਾ, ਪਰ ਸਾਡਾ ਭਲਾ ਕਿਵੇਂ ਹੋਵੇਗਾ। ਕਹਿਣ ਲੱਗੇ ਪੁੱਤ ਪਹਿਲਾਂ ਤਾਂ ਤੁਸੀਂ ਆਮ ਲੋਕਾਂ ਵਾਂਗੂ ਹੀ ਭਟਕੋਗੇ, ਪਰ ਭਟਕਦੇ ਭਟਕਦੇ ਕਲਯੁਗ ਦੇ ਸਮੇਂ ਦੇ ਅੰਦਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਗ੍ਰਹਿ ਵਿਖੇ ਪਹੁੰਚੋਗੇ, ਫਿਰ ਉੱਥੋਂ ਤੁਹਾਨੂੰ ਗਿਆਨ ਹੋਵੇਗਾ, ਤੁਹਾਡਾ ਸ਼ਰਾਪ ਬਖਸ਼ਿਆ ਜਾਵੇਗਾ, ਨਹੀਂ ਤਾਂ ਨਹੀਂ। ਸੰਸਾਰ ਵਿੱਚ ਉਹਨਾਂ ਦਾ ਜਨਮ ਹੋਇਆ। ਇਹ ਸਾਰ ਸੰਗਰੀ ਕਾਂਸ਼ੀ ਤੋਂ ਇਕੱਠੇ ਹੋ ਕਰਕੇ 17 ਜਿਹੜੇ ਭੱਟ ਸਨ, 17 ਇਹ 17 ਦੇ 17 ਹੀ ਸਾਰ ਸੰਗਤ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਘਰ ਪਹਿਲਾਂ ਤਾਂ ਇੱਧਰ ਉੱਧਰ ਵਿਚਾਰੇ ਖੋਜਦੇ ਰਹੇ, ਭਾਲਦੇ ਰਹੇ, ਕਿਉਂਕਿ ਭੱਟਾਂ ਦੀ ਬਾਣੀ ਪੜ੍ਹ ਕੇ ਵੇਖੋ ਭੱਟ ਜਨ ਖੁਦ ਲਿਖਦੇ ਹਨ। ਭਿੱਖਾ ਜਿਹੜਾ ਭੱਟ ਹੈ ਸਾਰ ਸੰਗਰੀ ਬ੍ਰਹਮੇ ਦਾ ਅਵਤਾਰ ਉਹ ਕਹਿੰਦਾ ਹੈ, ਕਹਿੰਦਾ ਭਿੱਖੇ ਕੇ ਰਹਿਓ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਤੀ ਹੈ ਮੁਖ ਹੋਏ ਪੰਡਿਤ ਮਿੱਠੇ, ਬਰਸ ਏਕ ਹੋ ਫਿਰਿਓ ਕਿਨੇ ਨਹੁ ਪਰ ਚਉ ਲਾਇਓ, कहते है कहती सुनी रहत को खुशी न आयो, हर नाम छोड़ दूजा लगे तिन के गुण हो क्या कहो, गुर दिए मिलायो पिछया जिव तू रखे तिव रहो। ਐਵੇਂ ਭਿੱਖੇ ਭੱਟ ਨੇ ਸਾਰ ਸੰਗਰੀ ਬੇਨਤੀ ਕੀਤੀ ਸੀ, ਜਿਹਦੇ ਕਰਕੇ ਇਹ ਪਤਾ ਲੱਗਦਾ ਵੀ ਇਹ ਵਿਚਾਰੇ ਪਹਿਲਾਂ ਭਟਕਦੇ ਰਹੇ, ਇੱਧਰ ਉੱਧਰ ਬਹੁਤ ਜ਼ਿਆਦਾ ਤੁਰੇ ਫਿਰੇ, ਪਰ ਕਿਤੋਂ ਵੀ ਇਹਨਾਂ ਨੂੰ ਸ਼ਾਂਤੀ ਨਾ ਪ੍ਰਾਪਤ ਹੋਈ, ਗਿਆਨ ਨਾ ਪ੍ਰਾਪਤ ਹੋਇਆ। ਫਿਰ ਇਹਨਾਂ ਨੇ ਸਾਰ ਸੰਗਤ ਦੀ ਖੋਜ ਕੀਤੀ ਵੀ ਅੱਜ ਦੇ ਸਮੇਂ ਦੇ ਵਿੱਚ ਕੋਈ ਐਸਾ ਹੈ ਵੀ ਜਿਹੜਾ ਸਾਡਾ ਭਲਾ ਕਰ ਦੇਵੇ। ਇਹਨਾਂ ਨੂੰ ਸਾਰ ਸੰਗਤ ਦੀ ਗੁਰਸਿੱਖਾਂ ਦੇ ਪਾਸੋਂ ਖਬਰ ਮਿਲੀ ਵੀ ਐ ਕਰਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਗ੍ਰਹਿ ਦੇ ਵਿੱਚ
ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਹਨ। ਤੁਸੀਂ ਉਹਨਾਂ ਦੇ ਪਾਸ ਜਾਓ ਔਰ ਉਹਨਾਂ ਦੇ ਚਰਨਾਂ ਵਿੱਚ ਜਾ ਕਰਕੇ ਜੋਦੜੀ ਕਰੋ, ਅਰਦਾਸ ਬੇਨਤੀ ਕਰੋ, ਫਿਰ ਤੁਹਾਡੀ ਬਾਤ ਬਣੇਗੀ। ਇਹ ਸਾਰੇ ਦੇ ਸਾਰੇ 17 ਦੇ 17 ਹੀ ਇਕੱਠੇ ਹੋ ਕਰਕੇ ਸਾਰ ਸੰਗਤ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਗ੍ਰਹਿ ਵਿਖੇ ਪਹੁੰਚੇ। ਫਿਰ ਇਹਨਾਂ ਨੇ ਬੇਨਤੀ ਕੀਤੀ, ਕਹਿੰਦੇ ਸਤਿਗੁਰੂ ਜੀ ਰਹਿਓ ਸੰਤ ਹਉ ਤੋੜ, ਮਹਾਰਾਜ ਅਸੀਂ ਪੂਰਨ ਸਾਧੂ ਨੂੰ ਸੰਤ ਮਹਾਂਪੁਰਖ ਨੂੰ ਤੋੜਦੇ ਰਹੇ, ਲੱਭਦੇ ਖੋਜਦੇ ਰਹੇ। ਸਾਧ ਬਹੁਤ ਤੇਰੇ ਜਿੱਥੇ ਬਥੇਰੇ ਦੁਨੀਆ ਦੇ ਉੱਤੇ ਸਾਧ ਦੇਖੇ ਬੂਬਣੇ ਦੇਖੇ, ਪਰ ਸਤਿਗੁਰੂ ਮਹਾਰਾਜ ਜੀ ਸਾਧ ਬਹੁਤ ਤੇਰੇ ਜਿੱਥੇ ਸੰਨਿਆਸੀ ਤਪਸੀ ਹੈ। ਤਗੜੇ ਤਗੜੇ ਆਪਣੇ ਆਪ ਨੂੰ ਜਿਹੜੇ ਬਾਹਮਣਾਂ ਦੇ ਵੀ ਗੁਰੂ ਕਮਾਉਣ ਵਾਲੇ ਸਨ, ਸੰਨਿਆਸੀ ਤਪਸਵੀ ਜਿਹੜੇ ਲੋਕ ਸਨ, ਇਹਨਾਂ ਨੂੰ ਵੀ ਵੇਖਿਆ। ਮੁੱਖੋਂ ਇਹ ਪੰਡਿਤ ਮਿੱਠੇ ਕਥਾ ਸੁਣ ਸੁਣ ਕੇ ਪ੍ਰਭਾਵਿਤ ਹੋਏ ਵੀ ਉਹ ਫਲਾਣਾ ਪੰਡਿਤ ਬੜਾ ਤਗੜਾ ਵਿਦਵਾਨ, ਸ਼ਾਇਦ ਉਹਨੂੰ ਵੀ ਪ੍ਰਾਪਤੀ ਹੋਈ ਹੋਵੇਗੀ ਰੱਬ ਦੀ। ਸਤਿਗੁਰੂ ਜੀ ਕੋਲ ਜਾ ਕੇ ਵੇਖਿਆ ਕਿ ਬਾਹਮਣ ਤਾਂ ਮੂੰਹ ਦੇ ਮਿੱਠੇ ਸਨ, ਪਰ ਕਰਮ ਜਿਹੜੇ ਸਨ ਉਹਨਾਂ ਦੇ ਕੌੜੀ ਸਨ, ਮਾੜੇ ਸਨ। ਸੰਨਿਆਸੀ ਤਪਸੀ ਮੁੱਖੋਂ ਇਹ ਪੰਡਿਤ ਮਿੱਠੇ, ਵਰਸ ਇਹ ਕਹੋ ਫਿਰਿਓ। ਪਾਤਸ਼ਾਹ ਜੀ ਮੈਂ 1 ਸਾਲ ਤੱਕ ਇੱਧਰ ਉੱਧਰ ਭਟਕਦਾ ਰਿਹਾ, ਬਹੁਤ ਜਰਾ ਇੱਧਰ ਉੱਧਰ ਤੁਰੇ ਫਿਰੇ, ਪਰ ਕਿਨੇ ਨਾ ਪਰਚਾ ਲਾਇਆ। ਕਿਸੇ ਵੀ ਸਾਧ ਨੇ, ਕਿਸੇ ਵਿਦਵਾਨ ਪੰਡਿਤ ਤਪਸਵੀ ਨੇ, ਸੰਨਿਆਸੀ ਜੋਗੀ ਜਤੀ ਨੇ ਸਾਨੂੰ ਵਾਹਿਗੁਰੂ ਪਰਮਾਤਮਾ ਦੇ ਗਿਆਨ ਰੂਪੀ ਪਰਚਾਵੇ ਵਿੱਚ ਨਹੀਂ ਲਾਉਣਾ ਕੀਤਾ, ਗਿਆਨ ਵੀ ਸਾਨੂੰ ਦਿੱਤਾ। ਤੇ ਕਿਨੇ ਨਾ ਪਰਚਾ ਲਾਇਆ, ਕਹਿਤੀ ਸੁਣੀ, ਕਹਿਣ ਵਾਲਿਆਂ ਦੀਆਂ ਕਹਾਵਤਾਂ ਹੀ ਸੁਣੀਆਂ ਵੀ ਉਹ ਬਹੁਤ ਤਗੜਾ ਸਾਧੂ, ਉਹ ਬਹੁਤ ਤਗੜਾ ਸਾਧੂ ਹੈ। ਪਰ ਜਦੋਂ ਦੇਖਿਆ ਕੋਲ ਜਾ ਕੇ ਰਹਿਤ ਕੋ ਖੁਸ਼ੀ ਨਾ ਆਇਓ, ਜਦੋਂ ਉਹਨਾਂ ਦੀ ਰਹਿਣੀ ਬਹਿਣੀ ਵੇਖੀ, ਰਹਿਤ ਬਹਿਤ ਵੇਖੀ ਤਾਂ ਮਨ ਨੂੰ ਕੋਈ ਖੁਸ਼ੀ ਨਹੀਂ ਆਈ। ਸਤਿਗੁਰੂ ਮਹਾਰਾਜ ਜੀ ਉਹਨਾਂ ਦੀ ਰਹਿਣੀ ਬਹਿਣੀ ਕੋਈ ਚੰਗੀ ਹੱਛੀ ਨਹੀਂ ਸੀ। ਪਰ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜਾ ਲੱਗੇ। ਸਤਿਗੁਰੂ ਜੀ ਜਿਹੜੇ ਰੱਬ ਦੇ ਨਾਮ ਨੂੰ ਛੱਡ ਕੇ ਦੁਆਇਤ ਭਾਵਨਾ ਵਿੱਚ ਲੱਗ ਰਹੇ ਸਨ, ਵਿਕਾਰਾਂ ਨੂੰ ਭੋਗਣ ਵਿੱਚ ਲੱਗ ਰਹੇ ਸਨ। ਤਿੰਨ ਕੇ ਗੁਣ ਹੋ ਕਿਆ ਕਹੋ। ਜਿਵੇਂ ਪਿੰਡ ਵਿੱਚ ਕੋਈ ਬਹੁਤਾ ਮਾੜਾ ਜਿਹਾ ਬੰਦਾ ਹੋਵੇ ਨਾ, ਸਰੀਰ ਪੱਖੋਂ ਮਾੜਾ ਹੋਵੇ, ਸਾਰ ਸੰਗਰੀ ਲੋਕ ਉਹਨੂੰ ਖੁਸ਼ ਕਰਕੇ ਖੁਸ਼ ਹੋ ਕੇ ਉਹਨੂੰ ਭਲਵਾਨ ਬੁਲਾਉਂਦੇ, ਹਾਂ ਵੀ ਭਲਵਾਨਾ ਕੀ ਹਾਲ ਹੈ। ਹੁੰਦਾ ਤਾਂ ਨਹੀਂ ਵਿਚਾਰਾ, ਪਰ ਵਿਅੰਗ ਨਾਲ ਬੁਲਾਉਂਦੇ ਨੇ, ਭਲਵਾਨ ਖੁਦ ਕਹਿੰਦੇ ਨਹੀਂ ਜਾਣ ਕੇ ਉਸਨੂੰ। ਐਵੇਂ ਕਹਿੰਦੇ ਮਹਾਰਾਜ ਵੀ ਹਰ ਨਾਮ ਛੋੜ ਦੂਜਾ ਲੱਗੇ, ਤਿੰਨ ਕੇ ਗੁਣ ਹੋ ਕਿਆ ਕਹੋ। ਹੈ ਤਾਂ ਉਹਨਾਂ ਵਿੱਚ ਔਗਣ, ਪਰ ਪਾਤਸ਼ਾਹ ਜੀ ਉਹਨਾਂ ਦੇ ਅਸੀਂ ਗੁਣ ਕਿਹੜੇ ਕਿਹੜੇ ਤੁਹਾਨੂੰ ਦੱਸੀਏ ਵੀ ਜਿਹੜੀਆਂ ਉਹਨਾਂ ਨੂੰ ਪ੍ਰਾਪਤੀਆਂ ਹੋਈਆਂ ਨੇ, ਜਿਹੜੀਆਂ ਭੂਮਿਕਾਵਾਂ ਦੇ ਵਿੱਚ ਉਹ ਤੁਰੇ ਫਿਰਦੇ ਨੇ। ਪਰ ਸਤਿਗੁਰੂ ਜੀ ਗੁਰ ਦਈਏ ਮਿਲਾਇਓ ਭਿੱਖਿਆ, ਜਿਵ ਤੂੰ ਰੱਖੇ ਤੇ ਵਰਹਾਓ। ਹੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਸਾਨੂੰ ਦਈਏ ਪ੍ਰੇਰਕ ਵਾਹਿਗੁਰੂ ਪਰਮਾਤਮਾ ਨੇ, ਮੈਂ ਭਿੱਖਿਆ ਜਿਹੜਾ ਪੱਟ ਬੇਨਤੀ ਕਰਦਾ ਤੁਹਾਡੇ ਚਰਨਾਂ ਵਿੱਚ ਆਣ ਕੇ ਮਿਲਾਇਆ ਹੈ। ਹੁਣ ਜਿਵ ਤੂੰ ਰੱਖੇ ਤੇ ਵਰਹਾਓ, ਜਿਵੇਂ ਤੁਸੀਂ ਸਾਨੂੰ ਰੱਖੋਗੇ ਨਾ ਅਸੀਂ ਉਵੇਂ ਹੀ ਰਹਾਂਗੇ। ਇਹਨਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਸਾਨੂੰ ਵਡਿਆਈ ਨਹੀਂ ਕਰਨੀ ਆਉਂਦੀ ਗੀ, ਅਸੀਂ ਕਿਹੜੀ ਯੁਕਤੀ ਨਾਲ ਸਤਿਗੁਰੂ ਜੀ ਵਡਿਆਈ ਕਰੀਏ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰ, ਮਿਹਰ ਕਰ, ਤਰਸ ਕਰ। ਇਹਨਾਂ ਨੂੰ ਪਹਿਲਾਂ ਸਾਰ ਸੰਗਤ ਖੁਦ ਜਿਹੜੇ ਸਵਈਏ ਸਨ ਉਚਾਰਨ ਕਰਕੇ ਯੁਕਤੀ ਸਮਝਾਈ ਵੀ ਐਵੇਂ ਭਾਈ ਤੁਸੀਂ ਵੱਡਿਆਂ ਸਤਿਗੁਰਾਂ ਦੀ ਵਡਿਆਈ ਕਰੋ, ਫਿਰ ਤੁਹਾਡੀ ਕਲਿਆਣ ਹੋਵੇਗੀ। ਫਿਰ ਇਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਸਾਰ ਸੰਗਰੀ 1384 ਅੰਗ ਤੋਂ ਲੈ ਕੇ 1409 ਅੰਗ ਤੱਕ ਭੱਟਾਂ ਦੇ ਸਵਈਏ ਆਉਂਦੇ ਹਨ। ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕਰਕੇ ਬੜੇ ਪਿਆਰ ਦੇ ਨਾਲ ਵੱਡਿਆਂ ਸਤਿਗੁਰਾਂ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਸਾਰਿਆਂ ਗੁਰਾਂ ਦੀ ਸਵਈਆਂ ਦੇ ਵਿੱਚ ਸਾਰ ਸੰਗਰੀ ਵਡਿਆਈ ਕੀਤੀ, ਬੜੀ ਉਪਮਾ ਕੀਤੀ, ਜਿਸ ਕਰਕੇ ਫਿਰ ਸਤਿਗੁਰਾਂ ਨੇ ਇਹਨਾਂ ਵੱਲ ਮਿਹਰ ਭਰੀ ਨਿਗਾਹ ਨਾਲ ਤੱਕਿਆ ਤੇ ਬ੍ਰਹਮ ਗਿਆਨ ਦੀ ਦਾਤ ਬਖਸ਼ ਕਰਕੇ ਨਿਹਾਲ ਕੀਤਾ। ਇਹਨਾਂ ਦਾ ਜਿਹੜਾ ਸਰਾਰ ਸੀ ਸਾਰ ਸੰਗਰੀ ਉਹਨਾਂ ਤੋਂ ਮੁਕਤ ਕੀਤਾ। ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਦੋਂ ਪੂਰਨ ਰੂਪ ਵਿੱਚ ਗੁਰਬਾਣੀ ਲਿਖਾ ਦਿੱਤੀ, ਭਾਈ ਸੱਤਾ ਜੀ, ਭਾਈ ਬਲਵੰਡਾ ਜੀ ਦੀ ਵਾਰ ਵੀ ਲਿਖਾਉਣਾ ਕੀਤੀ ਰਾਮਕਲੀ ਰਾਗ ਦੇ ਅੰਦਰ। ਉਹਨਾਂ ਨੂੰ ਭਾਈ ਲੱਦੇ ਪਰ ਉਪਕਾਰੀ ਦੇ ਰਾਹੀਂ ਸਾਰ ਸੰਗਤ ਦੀ ਬਖਸ਼ਣਾ ਕੀਤਾ ਹੋਇਆ ਇਉਂ। ਇਹ ਦੋਵੇਂ ਸਾਰ ਸੰਗਤ ਜੀ ਗੁਰੂ ਘਰ ਦੇ ਰਬਾਬੀ ਗੁਰਸਿੱਖ ਸਨ। ਸਤਿਗੁਰੂ ਜੀ ਬਹੁਤ ਜ਼ਿਆਦਾ ਮਾਨਤਾ ਕਰਿਆ ਕਰਦੇ ਸਨ। ਇਹਨਾਂ ਦਾ ਵੀ ਗੁਰੂ ਘਰ ਦੇ ਰਬਾਬੀ ਨੇ, ਇਹਨਾਂ ਦੇ ਦਾ ਜੇਕਰ ਚਰਨ ਝਾੜ ਕੇ ਵੀ ਧੋ ਕੇ ਵੀ ਪੀਏ ਤਾਂ ਬਹੁਤੇ ਘੱਟ ਹਨ, ਫਿਰ ਵੀ ਸਤਿਕਾਰ ਪੂਰਾ ਨਹੀਂ। ਸਤਿਗੁਰੂ ਮਹਾਰਾਜ ਸਾਹਿਬ ਜੀ ਰਬਾਬੀ ਗੁਰਸਿੱਖ ਜਾਣ ਕੇ ਗੁਰੂ ਕੀ ਬਾਣੀ ਗਾਉਂਦੇ ਹਨ, ਬਹੁਤਾ ਮਾਨਤਾ ਕਰਦੇ ਸਨ। ਕੀ ਹੋਇਆ, ਸਾਰ ਸੰਗਰੀ ਇਹਨਾਂ ਦੀ ਭੈਣ ਦਾ ਵਿਆਹ ਸੀ, ਤੇ ਇਹਨਾਂ ਨੇ ਸਤਿਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਵੀ ਸਤਿਗੁਰੂ ਮਹਾਰਾਜ ਦੀ ਬੇਨਤੀ ਹੈ, ਸਾਡੀ ਭੈਣ ਦਾ ਗੁੱਡੀਆ ਦਾ ਵਿਆਹ ਹੈ, ਵੀ ਕਿਰਪਾ ਕਰਕੇ ਇੱਕ ਦਿਨ ਦੀ ਮਾਇਆ ਕਿਰਪਾ ਕਰਕੇ ਸਾਨੂੰ ਬਖਸ਼ ਦਿਓ। ਸਤਿਗੁਰੂ ਜੀ ਕਹਿਣ ਲੱਗੇ ਭਲਿਓ ਮਾਨਸੋ, ਗੁਰੂ ਕੀ ਗੋਲਕ ਦੇ ਉੱਤੇ ਅੱਖ ਨਹੀਂ ਰੱਖੀ ਦੀ, ਮਾਇਆ ਉੱਪਰ ਨਜ਼ਰ ਨਹੀਂ ਰੱਖੀ ਦੀ ਹੁੰਦੀ ਕਿ ਜੇਕਰ ਤੁਹਾਨੂੰ ਮਾਇਆ ਚਾਹੀਦੀ ਜਿੰਨੀ ਮੰਗੋਗੇ ਉਨੀ ਹੀ ਬਖਸ਼ ਦਿੰਦੇ ਆ। ਪਰ ਤੁਸੀਂ ਇਹ ਨਾ ਕਰੋ,
कहते नहीं महाराज अज की बेनती साडी प्रवान करो कि कल नूं जिन्नी माया होगी तुहाडे चरनां विच ते सानूं सारी भी बख्श दो, साडा कारज हो जाऊगा। क्योंकि सार संतरी वो भला समा सी, इन्हां ने सोचा भी जेकर वधिया विआह भी कीता वध तो वध 100 रुपया लग जाएगा, पर सतगुरू जी की हजूरी में 500-700 रुपया हर रोज ही चढ़ता है, सानू माया ये करके बच भी जाऊगी। एवं सार संतरी कलयुगी जीव ਹਨ अपने अर्गे विचारे सार संतरी उन्होंने मन एवं भरमिया। सतगुरू जी कह लगे बई जिन्नी माया चाहिए मंग लो, पर ऐ ना करो। कहते नहीं जी पातशाह जी बेनती है, कहते बई रागी सिखों भाई जिवें तुहाडा खुश आ उवें सही। वो दूए दिन नूं सार संतरी परमात्मा वालों देवनेत अनुसार संगत बहुती जरा न्यूनता आई घट आई, बहुती कोई माया ना हुई। तो सतगुरू जी ने उस वे आख्या कहने भी आ लै जाओ जिन्नी माया हैगी है। इन्होंने मुख मोटा कर लिया। पातशाह जी कह लगे भाई नाराज नहीं होईदा हुंदा, परमेश्वर ने जो कृपा करनी है थोड़ी बच्ची कर देनी है, बरकत पा दिंदा हुंदा परमात्मा। बंदा बहुता मंग लैंदा है पर बरकत नहीं हुंदी, बरकत नहीं मंगदा गा, बहुता मंगदा है। पर होवे थोड़ा, जेकर गुरु की कृपा होए परमात्मा थोड़े दे विच ही बहुता ज़्यादा मतलब कारज सार दिंदा, बरकत पा दिंदा परमेश्वर। इन्हां ने झाना सार संतरी टिकिया रहा, माया लै करके ना चले गए अपने घर नूं। वाहिगुरू माया उत्थे ही छड्ड के सार संतरी नाराज होकर सतगुरू महाराज जी के चरणों में अपने घर नूं चले गए। दूए दिन कीर्तन करनी आए जवान। सतगुरू जी ने बाबा बुढ़ा साहिब जी भाई गुरदास जी होरां नूं भेजिया, पर ये जदों ना आए ना पहुंचे तो सतगुरू पातशाह जी आप ही इन्हों सार संतरी मनाउण वास्ते गए। पातशाह जी बाहर सार संतरी दरवाजे में खलोते सन, हाक मार के बाहर बुलाया। इन्हां दी रसना तो इन्नी गल नहीं निकली भी महाराज आओ तुसीं साडे घर विच आए हो, दरवाजे ते किहड़ी गल्लों खड़े हो, आपकी कृपा करके अंदर चरण पाओ, सजो आप जी। उत्थे खलोते नूं जवाब महाराज भी आपां नहीं आ सकदे तुहाडे घर विच कीर्तन करन। सतगुरू जी कह लगे बई की गल हो गई है, कोई गल नहीं, नाराजगी नहीं करीदी, तुसीं आओ। बड़ा प्यार नाल समझाया, पर समझे ना। अखीर नूं इन्हां ने अभिमान विच आके हंकार विच आके ये गल कह दित्ती, कहने महाराज तुहानूं कौन पछाणदा है, साडे कोल राज विद्या हैगी है, जिहनूं मर्जी गुरु बना लईए। असीं तां बाबे पिरथी चंद नूं गुरु बना लवांगे, संगत उधर नूं जाण लग जूगी। बाकी दूजी गल यह है भी श्री गुरु नानक देव महाराज साहब जी नूं दुनिया जेकर जानण लगी है ना, साडे बाबे मरदाने करके जानण लगी है। जे बाबा मरदाना ना हुंदा, वो रबाब ना वजाउंदा, कीर्तन ना करदा, तां श्री गुरु अर्जन देव महाराज पातशाह जी गुरु नानक साहब महाराज नूं किसी ने पछाणना नहीं सीगा। चलो वड्डियां सतगुरां दी भी निंदिया कीती, सतगुरु महाराज जी अंदर बलूंदड़िया गया। सार संतरी बहुत जरा मन सतगुरु पातशाह जी का खराब होया। सतगुरु जी ने नाराज होकर बचन कर कहंदा ओए पातशाह जी कहंदा तुसीं खट गए हो, जाओ तुसीं खट गए। सतगुरु जी इन्ना बचन कह के सार संतरी वापस आ गए अपने घर में। विराग विच आके सतगुरु पातशाह जी ने उदे सार संतरी फिर खुद कीर्तन किया। सिखां ने बेनती की, बाबा बुढ़ा साहब जी कहने महाराज तुसीं भी डूमां नूं आप जी ने वडियाई बख्शी है, कृपा करके साडे भले मांगड़ भोले जिहड़े जट लोग ने, जटका सौदा करन वाले साडे वर्गे जिहड़े सिख ने, इन्हां नूं भी कीर्तन की दात बख्श दो ना, तुहाडे घर विच की नहीं हैगा। सतगुरू जी उस वेले खुश हो गए, कहने भी अज तो बाद साडे सिख भी कीर्तन कराया करनगे। सतगुरू जी ने एवं सार संतरी वर बख्शिया। बाबा बुढ़ा साहब जी, भाई गुरदास साहब जी, श्री गुरु अर्जन देव महाराज जी सार संतरी कीर्तन करते रहे। होया कि भी इन्हां दे शरीर फट गए, रसना भी सार संतरी काम करनों हट गई, गले इन्हां दे पक गए। संगत नूं सतगुरू जी ने यह हुक्मनामा जारी कर दिता भी जिहड़ी भी गुरु नानक नाम लेवा गुरु की सिख संगत है, भाई सारिਆਂ ਨੂੰ हुक्म है, बेनती नहीं हुक्म है। हुक्म का भावें सिर लथ जावे मनना ही पैंदा हुंदा है। ये हुक्म है सारिਆਂ ਨੂੰ भी किसी ने भी इन्हां रबाबियां नूं ना अपने मूँह नाल नहीं आउणा गा, किसी ने इन्हां दा सत्कार नहीं करना, अपने घर विच नहीं इन्हां नूं बाड़ना। ते जिहड़ा भी बाड़ेगा वो गुरु का सिख नहीं है, और जिहड़ा भी इन्हां नूं बख्शाउण वास्ते आवेगा असीं उहनूं नशर करांगे, ਉਹਦਾ ਮੂੰਹ ਸਿਰ ਕਾਲਾ ਕਰਕੇ ਗਲ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਖੋਤੇ ਦੇ ਬਿਠਾ ਕੇ ਢੋਲ ਵਜਾ ਕਰਕੇ ਇੱਧਰ ਉੱਧਰ ਅਸੀਂ ਵੀ ਫੇਰਾਂਗੇ, ਜਿਹੜਾ ਵੀ ਇਹਨਾਂ ਨੂੰ ਬਖਸ਼ਾਉਣ ਵਾਸਤੇ ਆਵੇਗਾ। ਸਾਰ ਸੰਤਰੀ ਇਹ ਜਵਾਨ ਫਿੱਟ ਗਏ, ਇਹਨਾਂ ਨੂੰ ਕੋੜ ਹੋ ਗਿਆ। ਸਾਰ ਸੰਤਰੀ ਸਰੀਰ ਜਿਹੜਾ ਸੀ ਨਾ ਉਹ ਰਾਹ ਦੇ ਨਿਕਲਣ ਲੱਗ ਪਈ, ਹੱਥ ਝੜਨ ਲੱਗ ਪਏ, ਬੌਂਕੇ ਦਿਹਾੜੇ ਬੁਰਾ ਹਾਲ ਹੋ ਗਿਆ। ਪਹਿਲਾਂ ਦੁਨੀਆ ਸਾਰ ਸੰਤਰੀ ਰਾਹ ਤੱਕਦੀ ਸੀਗੀ, ਹੱਥ ਜੋੜ ਕੇ ਖਲੋ ਜਾਂਦੇ ਸਨ ਵੀ ਲੋਕ ਗੁਰੂ ਘਰ ਦੇ ਰਬਾਬੀ ਗੁਰਸਿੱਖ ਨੇ। ਹੁਣ ਸਾਰ ਸੰਤਰੀ ਸਿੱਖ ਜਿਹੜੇ ਨੇ ਵੇਖ ਕੇ ਨਾ ਇੱਕ ਤਾਂ ਤਿਉੜੀਆਂ ਪਾ ਲੈਣ, ਇੱਕ ਕਦੇ ਕਦੇ ਮੋਟਾ ਵਜਨ ਗਾਲ ਆਰਕ ਦੀ ਕੱਢ ਦਿਆ ਕਰਨ।
ਉਹ ਸਾਧ ਸੰਗਤ ਜੀ ਦਰਵਾਜ਼ੇ ਵੀ ਭੇੜ ਲਏ ਲੋਕਾਂ ਨੇ, ਕੋਈ ਰੋਟੀ ਦਾ ਟੁੱਕ ਨਾ ਇਹਨਾਂ ਨੂੰ ਦਵੇ। ਥਾਂ ਥਾਂ ਤੇ ਭੜਕੇ ਆਖੋ ਸਾਨੂੰ ਬੌਂਕੇ ਜਾਣੋ, ਕਿਰਪਾ ਕਰਕੇ ਬਖਸ਼ਾ ਲਓ ਬਖਸ਼ਾ ਲਓ। ਹੁਣ ਮੂੰਹ ਸਿਰ ਕਿਹੜਾ ਕਾਲਾ ਕਰਾਵੇ ਸਾਧ ਸੰਗਤ ਜੀ। ਜਦੋਂ ਐਂ ਗੱਲਬਾਤ ਹੋਈ ਫਿਰ ਸਾਧ ਸੰਗਤ ਜੀ ਇਹ ਕਿਸੇ ਸਿੱਖ ਨੂੰ ਬੇਨਤੀ ਕੀਤੀ ਵੀ ਤੂੰ ਜੇਕਰ ਨਹੀਂ ਭਾਈ ਸਾਨੂੰ ਬਖਸ਼ਾ ਸਕਦਾ ਕੋਈ ਯੁਕਤ ਕੋਈ ਦੱਸ ਦੇ। ਲਾਹੌਰ ਵਿੱਚ ਸਾਧ ਸੰਗਤ ਜੀ ਤੁਰੇ ਫਿਰੇ। ਲਾਹੌਰ ਦੇ ਵਿੱਚ ਇੱਕ ਪਰਉਪਕਾਰੀ ਬ੍ਰਹਮ ਗਿਆਨੀ ਮਹਾਂਪੁਰਖ ਸੀ ਸਾਧ ਸੰਗਤ ਜੀ, ਜਿਹਦਾ ਨਾਂ ਸੀ ਭਾਈ ਲੱਧਾ। ਤੇ ਭਾਈ ਲੱਧਾ ਪਰਉਪਕਾਰੀ ਲੋਕ ਉਹਨੂੰ ਪਿਆਰ ਨਾਲ ਆਖਿਆ ਕਰਦੇ ਸਨ, ਕਿਉਂਕਿ ਉਹਨੇ ਜ਼ਿੰਦਗੀ ਸਾਰੀ ਜ਼ਿੰਦਗੀ ਉਹਨੇ ਪਰਉਪਕਾਰ ਹੀ ਕੀਤਾ ਸੀ। ਗੁਰਸਿੱਖ ਆਦਮੀ ਸੀ, ਮਹਾਂਪੁਰਖ ਵੀ ਪੂਰਾ। ਆਖਿਆ ਵੀ ਭਾਈ ਵੀ ਤੂੰ ਸਥਾਨ ਤੁਸੀਂ ਉੱਥੇ ਦੋਵੇਂ ਜਾਣੇ ਜਾਵੋ, ਭਾਈ ਲੱਧੇ ਪਰਉਪਕਾਰੀ ਦੇ ਚਰਨ ਕਮਲ ਫੜ ਲਓ, ਫਿਰ ਤੁਹਾਡਾ ਬਚਾਅ ਹੋ ਸਕਦਾ, ਨਹੀਂ ਤਾਂ ਨਹੀਂ ਹੋ ਸਕਦਾ। ਇਹ ਦੋਵੇਂ ਜਣੇ ਗਏ। ਅੱਗੋਂ ਭਾਈ ਲੱਧੇ ਪਰਉਪਕਾਰੀ ਨੇ ਵੀ ਜਿੰਦਰੇ ਮਾਰ ਲਏ, ਸੰਗਲ ਮਾਰ ਲਏ, ਘਰ ਨੂੰ ਦਰਵਾਜ਼ੇ ਭੇੜ ਲਏ। ਜਦੋਂ ਫਿਰ ਇਹਨਾਂ ਨੇ ਸਾਧ ਸੰਗਤ ਜੀ ਰੋ ਰੋ ਕੇ ਕੁਰਲਾ ਕੇ ਆਖਿਆ ਵੀ ਭਾਈ ਸਾਹਿਬ ਜੀ ਤੁਹਾਡੇ ਤੋਂ ਬਿਨਾਂ ਮਹਾਂਪੁਰਖੋ ਸਾਨੂੰ ਕਿਸੇ ਨੇ ਸਹਾਰਾ ਨਹੀਂ ਜੀ ਦੇਣਾ। ਪਰ ਉਪਕਾਰੀ ਹੋ ਤੁਸੀਂ, ਆਪਦੀ ਕਿਰਪਾ ਕਰਕੇ ਮਿਹਰ ਕਰਕੇ ਤਰਸ ਕਰਕੇ ਸਾਡੇ ਤੇ ਵੀ ਪਰ ਉਪਕਾਰ ਕਰੋ, ਆਪਣਾ ਨਾਮ ਹੀ ਸਫਲਾ ਕਰੋ। ਚਲੋ ਇਉਂ ਆਖਿਆ ਤਾਂ ਭਾਈ ਲੱਧੇ ਪਰਉਪਕਾਰੀ ਨੂੰ ਤਰਸ ਹੋਇਆ। ਭਾਈ ਲੱਧੇ ਪਰਉਪਕਾਰੀ ਨੇ ਸਾਧ ਸੰਗਤ ਜੀ ਸਾਰਿਆਂ ਤੋਂ ਪਹਿਲਾਂ ਤਾਂ ਇਹਨਾਂ ਨੂੰ ਗੁਰੂ ਘਰ ਦੇ ਰਬਾਬੀ ਸਿੱਖ ਜਾਣ ਕਰਕੇ ਘਰ ਵਿੱਚ ਪਿਆਰ ਨਾਲ ਬਿਠਾਇਆ, ਮਾਣ ਸਨਮਾਨ ਕੀਤਾ ਇਹਨਾਂ ਦਾ। ਫਿਰ ਆਪਣੇ ਆਪ ਹੀ ਆਪਣਾ ਜਿਹੜਾ ਮੁਖੜਾ ਸੀ ਸਾਧ ਸੰਗਤ ਜੀ ਕਾਲਾ ਕਰਕੇ ਆਪ ਹੀ ਭਾਈ ਲੱਧੇ ਪਰਉਪਕਾਰੀ ਨੇ ਸਾਧ ਸੰਗਤ ਜੀ ਜੁੱਤੀਆਂ ਦਾ ਹਾਰ ਜਿਹੜਾ ਸੀ, ਜੋੜਿਆਂ ਦਾ ਜਿਹੜਾ ਹਾਰ ਸੀਗਾ ਬਣਾ ਕੇ ਆਪਣੇ ਗਲ ਵਿੱਚ ਪਾ ਕੇ ਪਹਾੜੇ ਤੇ ਖੋਤਾ ਲਿਆਂਦਾ। ਪਹਾੜੇ ਉੱਤੇ ਸਾਧ ਸੰਗਤ ਜੀ ਉਹ ਢੋਲ ਵਜਾਉਣ ਵਾਲਾ ਲੈ ਕਰਕੇ ਆਂਦਾ। ਫਿਰ ਭਾਈ ਲੱਧਾ ਪਰਉਪਕਾਰੀ ਜੀ ਆਨੰਦ ਨਾਲ ਪਿਆਰ ਦੇ ਨਾਲ ਆਪ ਹੀ ਸਾਧ ਸੰਗਤ ਜੀ ਨਸ਼ਰ ਹੋਣ ਦੇ ਵਾਸਤੇ ਖੋਤੇ ਦੀ ਸਵਾਰੀ ਕੀਤੀ। ਆਦਮੀ ਆਪ ਜੀ ਖੋਤੇ ਉੱਪਰ ਸੱਜ ਗਏ। ਸਾਧ ਸੰਗਤ ਜੀ ਲਾਹੌਰ ਦੀ ਗਲੀ ਗਲੀ ਦੇ ਵਿੱਚ ਗੇੜਾ ਕੱਢਿਆ ਆਪ ਜੀ ਨੇ। ਪਰ ਉਸ ਵੇਲੇ ਇੱਕ ਤਾਂ ਹੁੰਦਾ ਨਾ ਲੋਕ ਸਾਧ ਸੰਗਤ ਜੀ ਬੇਇੱਜ਼ਤੀ ਮਹਿਸੂਸ ਕਰਦੇ ਆ, ਲੋਕ ਮਜ਼ਾਕ ਕਰਦੇ ਆ, ਵੀ ਲੋਕ ਹੱਸਣ ਲੱਗ ਜਾਂਦੇ ਆ। ਪਰ ਭਾਈ ਲੱਧੇ ਪਰਉਪਕਾਰੀ ਵੱਲ ਵੇਖ ਕੇ ਲੋਕਾਂ ਦੇ ਹੱਥ ਜੁੜਦੇ ਸਨ ਸਾਧ ਸੰਗਤ ਜੀ, ਔਰ ਅੱਖਾਂ ਦੇ ਵਿੱਚ ਹੰਝੂ ਵੀ ਸਨ ਵੀ ਧੰਨ ਹੈ ਭਾਈ ਲੱਧਾ ਪਰਉਪਕਾਰੀ, ਧੰਨ ਹੈ ਭਾਈ ਲੱਧਾ ਪਰਉਪਕਾਰੀ, ਧੰਨ ਹੈ ਗੁਰੂ ਮਹਾਰਾਜ ਦੇ ਸਿੱਖ, ਧੰਨ ਹੈ ਗੁਰੂ ਕੀ ਸਿੱਖੀ, ਜਿਹੜੇ ਨਿਭਾਉਣ ਦੀ ਖਾਤਰ ਇੱਥੋਂ ਤੱਕ ਵੀ ਜਾ ਸਕਦੇ ਹਨ। ਸਾਧ ਸੰਗਤ ਜੀ ਬਹੁਤੇ ਪਿਆਰ ਵਿੱਚ ਆ ਕਰਕੇ ਲੋਕ ਬੱਚੇ ਬੁੱਢੇ ਠੇਰੇ ਜਿੰਨੇ ਵੀ ਸਨ ਭਾਈ ਲੱਧੇ ਪਰਉਪਕਾਰੀ ਦੀ ਵਡਿਆਈ ਵੀ ਕਰਦੇ ਰਹੇ। ਉੱਥੋਂ ਸੰਗਤ ਇਕੱਠੀ ਹੋਈ। ਸਾਧ ਸੰਗਤ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਏ। ਗਲੀ ਗਲੀ ਦੇ ਵਿੱਚ ਗੇੜਾ ਦਿੱਤਾ ਗਿਆ ਤੇ ਬੱਚੇ ਜਿਹੜੇ ਸਨ ਸਾਧ ਸੰਗਤ ਜੀ ਕੁਝ ਕਰੌਲਾ ਪਾਉਣ ਲੱਗੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਵੀ ਉਹ ਢੋਲ ਦਾ ਖੜਕਾ ਸੁਣਨ ਲੱਗਿਆ, ਲੋਕਾਂ ਦੀ ਜਿਹੜੀ ਆਵਾਜ਼ ਸੀ ਸੁਣਨ ਲੱਗੀ। ਸਤਿਗੁਰੂ ਜੀ ਪੁੱਛਣ ਲੱਗੇ ਵੀ ਭਾਈ ਇਹ ਖੜਕਾ ਕਿਹਦਾ ਹੋ ਰਿਹਾ, ਕੀ ਕਾਰਨ ਹੈ, ਸਬੱਬ ਕੀ ਹੈ। ਤਾਂ ਉਸ ਵੇਲੇ ਸਿੱਖਾਂ ਨੇ ਬੇਨਤੀ ਕੀਤੀ, ਹੈ ਪਾਤਸ਼ਾਹ ਜੀ ਸੱਤੇ ਔਰ ਬਲਵੰਡੇ ਦੋਹਾਂ ਨੂੰ ਆਪ ਜੀ ਦੇ ਜਿਹੜੇ ਪਹਿਲਾਂ ਰਬਾਬੀ ਸਿੱਖ ਸਨ ਇਹਨਾਂ ਦੋਹਾਂ ਨੂੰ ਬਖਸ਼ਾਉਣ ਦੇ ਵਾਸਤੇ ਭਾਈ ਲੱਧਾ ਪਰਉਪਕਾਰੀ ਜੀ ਆ ਰਹੇ ਨੇ। ਸਤਿਗੁਰੂ ਜੀ ਕਹਿਣ ਲੱਗੇ ਪਤਾ ਨਹੀਂ ਉਹਨਾਂ ਨੂੰ ਵੀ ਅਸੀਂ ਨਸ਼ਰ ਕਰਾਂਗੇ। ਕਹਿੰਦੇ ਮਹਾਰਾਜ ਉਹ ਪਹਿਲਾਂ ਆਪਣੇ ਆਪ ਹੀ ਨਸ਼ਰ ਹੋ ਗਏ ਨੇ, ਆਪ ਜੀ ਕੀ ਨਸ਼ਰ ਕਰੋਗੇ। ਜਦੋਂ ਸਤਿਗੁਰਾਂ ਨੇ ਇਹ ਸੁਣਿਆ ਉਧਰੋਂ ਭਾਈ ਲੱਧਾ ਪਰਉਪਕਾਰੀ ਜੀ ਸਾਧ ਸੰਗਤ ਜੀ ਮੁੱਖ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਨਾਮ ਹੈ, ਔਰ ਸਾਧ ਸੰਗਤ ਜੀ ਬੜੇ ਆਨੰਦ ਦਾ ਪਿਆਰ ਖੋਤੇ ਉੱਪਰ ਬੈਠੇ ਨੇ। ਸੰਗਤਾਂ ਜਿਹੜੀਆਂ ਨਾਲ ਵਾਹਿਗੁਰੂ ਵਾਹਿਗੁਰੂ ਨਾਮ ਜਪਦੀਆਂ ਆ ਰਹੀਆਂ ਨੇ, ਔਰ ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਉਵੇਂ ਪਹੁੰਚ ਗਏ। ਪਾਤਸ਼ਾਹ ਜੀ ਭੱਜ ਕੇ ਸਾਧ ਸੰਗਤ ਜੀ ਸੰਘਾਸਣ ਛੱਡ ਕੇ ਭਾਈ ਲੱਧੇ ਪਰਉਪਕਾਰੀ ਨੂੰ ਖੁਦ ਅੱਗੋਂ ਲੈਣ ਵਾਸਤੇ ਗਏ। ਭਾਈ ਲੱਧੇ ਪਰਉਪਕਾਰੀ ਨੇ ਉਸੇ ਵਕਤ ਹੀ ਥੱਲੇ ਉਤਰ ਕੇ ਸਤਿਗੁਰਾਂ ਦੇ ਚਰਨ ਫੜ ਲਏ, ਔਰ ਸਾਧ ਸੰਗਤ ਜੀ ਰੋ ਰੋ ਕਰਕੇ ਬੇਨਤੀ ਕੀਤੀ, ਹੈ ਪਾਤਸ਼ਾਹ ਜੀਓ ਅਸੀਂ ਕਲਯੁਗੀ ਜੀਵ ਹਾਂ, ਸਾਡੇ ਵਰਗੇ ਜੀਵਾਂ ਤੋਂ ਭੁੱਲਾਂ ਹੋ ਜਾਂਦੀਆਂ ਨੇ, ਸਤਿਗੁਰੂ ਜੀ ਗਲਤੀਆਂ ਹੋ ਜਾਂਦੀਆਂ ਨੇ। ਵੀ ਜੇਕਰ ਸਤਿਗੁਰੂ ਮਹਾਰਾਜ ਜੀ ਪੁੱਤਰ ਦੇ ਪਾਸੋਂ ਬੱਚੇ ਦੇ ਕੋਲੋਂ ਸਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨ ਰਾਖਸ ਤੇਤੇ ਰਾਮਈਆ ਹੋ ਬਾਰਕ ਤੇਰਾ ਕਾਹੇ ਨਾ ਖੰਡਤ ਅਵਗੁਣ ਮੇਰਾ। ਸਤਿਗੁਰੂ ਜੀ ਬੱਚਿਆਂ ਦੇ ਕੋਲੋਂ ਗਲਤੀਆਂ ਹੋ ਹੀ ਜਾਂਦੀਆਂ ਨੇ, ਪਰ ਮਾਂ ਪਿਓ ਸਤਿਗੁਰੂ ਜੀ ਔਗੁਣ ਕੋ ਨਾ ਚਿਤਾਰਦਾ, ਗੱਲ ਛੇਤੀ ਲਾਇਕ ਕੋਈ ਗੁਨਾਹ ਨਹੀਂ ਚਿਤਾਰਦਾ ਆਪਣੇ ਬੱਚੇ ਦਾ, ਆਪਣੇ ਗਲ ਨਾਲ ਫਿਰ ਵੀ ਕਰਨਾ ਤੋਂ ਚੱਕ ਕੇ ਲਾ ਹੀ ਲੈਂਦੇ ਨੇ। ਕਿਰਪਾ ਕਰਕੇ ਆਪਦੀ ਬਖਸ਼ੋ ਇਹਨਾਂ ਨੂੰ। ਸਤਿਗੁਰੂ ਜੀ ਉਸੇ ਵੇਲੇ ਕਰਨਾ ਤੋਂ ਚੱਕ ਕੇ ਗਲ ਨਾਲ ਲਾਇਆ। ਪਾਤਸ਼ਾਹ ਜੀ ਕਹਿੰਦੇ ਭਾਈ ਲੱਧਾ ਪਰਉਪਕਾਰੀ ਜੀ ਜੇਕਰ ਤੁਸੀਂ ਸਾਨੂੰ ਉਹੀਓ ਹੁਕਮ ਕਰ ਦਿੰਦੇ ਨਾ, ਹੁਕਮ ਕਰ ਦਿੰਦੇ ਉਹੀਓ ਬਖਸ਼ ਦੇਣਾ ਸੀ, ਇੰਨਾ ਕੁਝ ਕਰਨ ਦੀ ਲੋੜ ਨਹੀਂ ਸੀ। ਕਹਿਣ ਲੱਗੇ ਮਹਾਰਾਜ ਤੁਹਾਡਾ ਬਚਨ ਜੋ ਕਮਾਉਣਾ ਹੋਇਆ, ਤੁਹਾਡਾ ਹੁਕਮ ਜੋ ਸੀ ਇੰਨਾ ਸਖਤ,
इस करके आपां सोचा भी महाराज नूं किहड़ी कोल नाराज़ करना, महाराज नूं किहड़ी कोलों खिचड़ देनी है, आप ही यह कार्य कर लवे। सतगुरु जी ने उस वेले भाई लद्दा परोपकारी जी का सिखां नूं कह के इशनान पानी करवाया, सुंदर सुच्चे वस्त्र पवाए और अपने चरणों में सार संगत जी उस वेले यह गल आखी भी धन है गुरु की सिੱਖੀ, धन है गुरु नानक साहब महाराज के सिख ਜਿਹੜੇ ਇੰਨੇ तगड़े परोपकारी ਹਨ। फिर सतगुरु जी ने इन्हां ਵੱਲ निगाह मारी, इन्हां दोवां ने चरण फड़ लए, महाराज सानू भी किरपा करके बख्शो। भाई लद्दे परोपकारी ने जो आख्या सी सतगुरु जी कहन लगे भी बख्शांगे जरूर। ऐ करो सारिਆਂ ਤੋਂ ਪਹਿਲਾਂ दुख ਭੰਜਣੀ बेड़ी है ਜਿਹੜੀ ਉਹਦੇ ਥੱਲੇ इशनान पानी करके आओ। सार संगत जी दुख ਭੰਜਣੀ बेड़ी ਦੇ ਥੱਲੇ इशनान पानी ਕੀਤਾ। ਉੱਥੇ इशनान पानी ਕਰਨ ਕਰਕੇ ਇਹਨਾਂ ਦਾ ਜਿਹੜਾ ਸਰੀਰ ਦਾ ਕੋੜ ਸੀ ਨਾ ਸਾਰੇ ਦਾ ਸਾਰੇ ਹੀ ਮਿਟ ਗਿਆ। फिर इन्हां दी रसना काम नहीं सी करती, रसना नूं भी कुष्ठ सी, सार संगत दी कोड़ सी और संघे पक्के होए सन, गले इन्हां ने ऐन खराब हो चुके सन, कोई आवाज़ इन्हां दी निकल नहीं सी रही, जिवें पहलां ऐन अखीरले साह तक आवाज़ां लैके जांदे सन, वो बात नहीं सी रही, सरीला नहीं सी रहा गला। सतगुरु जी कहन बेनती की महाराज गला नहीं ठीक होया, साडी रसना नहीं ठीक हुई। पारसद ने रसना नाल निंदिया जो कीती सी महाराज जी ਐਵੇਂ थोड़ो ठीक हो जाएगी, पर ਜਿਹੜੀ रसना नाल निंदिया की है उसे रसना दे नाल हुण तुसीं ना महाराज साहब जी की वडियाई करो। फिर इन्हां दोवां ने सार संगत जी गुरु साहिब धन श्री गुरु नानक देव महाराज जी तो लैके श्री गुरु अर्जन देव महाराज जी तक इन्हां ने वार गावी, इन्हां ने गुरु महाराज जी की वडियाई की। ते सार संगत जी जिवें जिवें वडियाई करते गए उवें उवें इन्हां दी रसना और गले ठीक होंदे गए, जमा ठीक हो गए। सतगुरु महाराज साहिब जी ने फिर सार संगत जीओ पहले तक सर्व की सर्व गुरु घर दे रबाबी गुरसिੱਖੀ सन, कोई बहुता जरा सार संगत जी कह लो मान सम्मान सी, पर वो मान सम्मान नहीं सी जिहड़ा सार संगत जी एक श्री गुरु ग्रंथ साहिब महाराज जी दे विच महापुरखां नूं और भगतां नूं प्राप्त होया सी, वो नहीं सी। सतगुरु जी ने फिर सार संगत जी ऐसे बख्शे, ਇਹੋ जी मेहर की। फिर जुगो जुग अटल जी गुरबाणी सी ना श्री गुरु ग्रंथ साहिब महाराज जी ਉਹਦੇ ਵਿੱਚ ਇਹਨਾਂ ਨੂੰ पक्का ਸੁਭਾਏਮਾਨ कर दिता भी ਤੁਹਾਡੀ ਬਾਣੀ ਹੁਣ ਅਸੀਂ गुरु ग्रंथ ਸਾਹਿਬ ਵਿੱਚ ਲਿਖਾਂਗੇ। सतगुरु जी ने सार संगत जी इन्हां ਨੂੰ ਮਾਨ सम्मान ਇੰਨਾ ਬਖਸ਼ਿਆ और नाल ही ਇਹ बचन ਕੀਤਾ कि भाई जेकर किसी ਨੂੰ कोढ़ ਦਾ रोग होवे, कोढ़ हो जावे, ਮੰਨ ਲਓ जेकर ਇਹ वार ਦਾ कोई लगातार जाप करेगा, भरोसा रख के निश्चा करके ਉਹਦਾ कोढ़ भी हट जाया करेगा। ਇਹ ਵਰ ਦਿੱਤਾ सतगुरु जी ने। फिर नाल ਇਹ बचन किया भी जेकर किसी का गला सुरीला नहीं हैगा, रसना विच रस नहीं हैगा, गला खराब है ਜਾਂ फिर किसी ਨੂੰ राग विद्या नहीं आ रही, ਉਹ इस बाणी का ਵੱਧ ਤੋਂ ਵੱਧ जाप करे, ਉਹਨੂੰ राग विद्या भी आवेगी, ਉਹਦਾ गला भी ठीक हो जाएगा, रसना विच भी रस हो जाएगा। ਐਵੇਂ सतगुरु महाराज जी ने सार संगत जी गुरु की बाणी ਨੂੰ भाई सत्ता और बलवंडा जी सन, ਉਹਨਾਂ ਦੀ बाणी ਨੂੰ ਮਾਣ ਸਨਮਾਨ ਬਖਸ਼ਿਆ। फिर कलयुग के समय ਦੇ ਵਿੱਚ ਸਾਰ ਸੰਗਤ ਜੀ ਰਾਗਾਂ ਦੀ ਕੋਈ ਤਰਤੀਬ ਆਦਿਕ ਨਹੀਂ ਸੀ। ਹੋਇਆ ਕਿ ਵੀ ਦੇਵਲੋਕ ਦੇ ਵਿੱਚ ਰਾਗਾਂ ਦੇ ਦੇਸ਼ ਦੇ ਵਿੱਚ ਨਾਰਦ ਮੁਨੀ ਗਿਆ। ਨਾਰਦ ਮੁਨੀ ਨੇ ਜਾ ਕਰਕੇ ਕੀ ਦੇਖਿਆ ਵੀ ਸਾਰ ਸੰਗਤ ਜੀ ਇੱਕ ਬਜ਼ੁਰਗ ਦੀ ਮਾਈ ਹੈ ਤੇ ਉਹਦੇ ਆਲੇ ਦੁਆਲੇ ਨੌਜਵਾਨ ਜਿਹੜੇ ਪੁੱਤ ਨੇ ਔਰ ਸਾਰ ਸੰਗਤ ਜੀ ਉਹਦੀਆਂ ਜਿਹੜੀਆਂ ਲੜਕੀਆਂ ਨੇ ਨੌਵਾਂ ਆਦਿਕ ਨੇ ਉਹ ਜ਼ਖਮੀ ਹੋਏ ਪਏ ਹਨ। किसी की लत्त टुटी है, किसी की बांह टुटी पई है, किसी का की बौंके जाले बुरा हाल है। और वो माई सार संगत जी विराग करती पई है। नारद मुनि चले आए हैं, कह लगा भी रागा मैं रागा के देश में आया, इत्थे दा चारे पासे नंद ही खड़ने चाहिए भी माई तू क्यों रोनी है। कह लगे भी नारद मुनि जी मैं जेकर रोवां ना तां होर की करा, कारण यह है भी जिन्ने भी नौजवान ने सारे दे सारे मेरे पुत्र हैं, ये मेरे पुत्र हैं और नूहां हैं, पोतरे भी हैं। भी कलयुग का भयानक समय, इन्हां भी लोगों को राग विद्या कोई गाउणी नहीं आउंदी। जेकर कोई राग विद्या गाउंदा है ना तो रागां नूं अपनी मर्जी नाल तोड़ मरोड़ के गाउंदे हन। शुद्ध राग कोई नहीं गाउंदा हैगा, लोगों को सोझी कोई नहीं, बस अपने आप ही गल भी चक लो धर लो वाली गल हुई पई है, जिवें अजकल सार संगत जी हैगा ही है। उस वेले सार संगत जी नारद मुनि ने यह गल आखी, कह लगे भी भाई भी कलयुग के समय अंदर धन श्री गुरु नानक देव महाराज जी के थां ते पंजवें श्री गुरु नानक देव महाराज जी श्री गुरु अर्जन देव पातशाह जी तुसीं उन्हां दे चरनां विच जाओ।
ਤੇ ਉਹ ਰਾਗਾਂ ਦੀ ਜਿਹੜੀ ਮਰਿਆਦਾ ਹੈ ਬੰਨ੍ਹ ਸਕਦੇ ਨੇ ਔਰ ਸਭ ਤਰੀਕਿਆਂ ਨਾਲ ਤੁਹਾਨੂੰ ਮਾਣ ਸਨਮਾਨ ਬਖਸ਼ ਸਕਦੇ ਹਨ। ਇਹ ਫਿਰ ਜਦੋਂ ਸਾਰੀ ਬਾਣੀ ਲਿਖ ਲਈ ਸੀ ਸਤਿਗੁਰੂ ਮਹਾਰਾਜ ਜੀ ਨੇ, ਸਾਧ ਸੰਗਤ ਦੀ 6 ਰਾਗ ਤੇ 5 ਉਹਨਾਂ ਦੀਆਂ ਘਰ ਵਾਲੀਆਂ, 8 ਉਹਨਾਂ ਦੇ ਜਿਹੜੇ ਪੁੱਤਰ ਸਨ, ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਣ ਕੇ ਹਾਜ਼ਰ ਹੋਏ। 6 ਰਾਗ ਸਨ, ਇੱਕ ਰਾਗ ਦੀਆਂ 5 ਘਰ ਵਾਲੀਆਂ ਸਨ ਤੇ ਗਾਂ 8 ਉਹਨਾਂ ਦੇ ਪੁੱਤਰ ਸਨ। ਸਾਰੀ ਗਿਣਤੀ 84 ਬਣਦੀ ਹੈ। ਸਾਧ ਸੰਗਤ ਜੀ ਇਹ ਜਿਹੜੇ 84 ਦੇ 84 ਸਨ ਸਤਿਗੁਰੂ ਜੀ ਦੇ ਚਰਨੀ ਆਣ ਕੇ ਹਾਜ਼ਰ ਹੋਏ। ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਸਾਡੀ ਵੀ ਹਾਜ਼ਰੀ ਲਾਓ। ਸਾਰੀ ਗੱਲਬਾਤ ਸੁਣਾਈ ਵੀ ਐਂ ਕਰਕੇ ਬਹੁਤ ਬੁਰਾ ਹਾਲ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਅਸੀਂ ਪਹਿਲਾਂ ਹੀ ਜਿਹੜੀ ਗੁਰਬਾਣੀਆਂ ਰਾਗਾਂ ਵਿੱਚ ਲਿਖ ਚੁੱਕੇ ਹਾਂ ਔਰ ਮਰਿਆਦਾ ਇਹ ਬੰਨ੍ਹ ਦਿੱਤੀ ਹੈ ਵੀ ਜਿਹੜੀ ਗੁਰੂ ਕੀ ਬਾਣੀਆਂ ਰਾਗਾਂ ਵਿੱਚ ਪੂਰਨ ਰੂਪ ਵਿੱਚ ਗਾਈ ਜਾਵੇਗੀ। ਘਰ ਦੂਜਾ ਤੀਜਾ ਐਵੇਂ ਮਤਲਬ ਕਿ ਸੁਰਤਾਲਾਂ ਵਿੱਚ ਪੂਰਨ ਰੂਪ ਵਿੱਚ ਅਸੀਂ ਕਲਮਬੰਦ ਕੀਤੀ ਹੈ ਵੀ ਸ਼ੁੱਧ ਰਾਗਾਂ ਵਿੱਚ ਗਾਵੀ ਜਾਵੇ, ਇਹ ਹੁਕਮ ਹੈ। ਔਰ ਫਿਰ ਸਾਧ ਸੰਗਤ ਜੀ ਸਤਿਗੁਰੂ ਚਰਨੀ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਸਾਡੀ ਹਾਜ਼ਰੀ ਲਵਾਓ। ਤਾਂ ਸਤਿਗੁਰੂ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਹੁਕਮ ਕੀਤਾ ਕਿ ਭਾਈ ਗੁਰਦਾਸ ਜੀ ਆਪ ਜੀ ਕਿਰਪਾ ਕਰਕੇ ਇਹਨਾਂ ਦੀ ਫਿਰ ਹਾਜ਼ਰੀ ਲਾਓ। ਫਿਰ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਜੀ 6 ਰਾਗਾਂ ਦੇ, ਜਿਵੇਂ ਉਹਨਾਂ ਦੀਆਂ 5 ਪਟਰਾਣੀਆਂ ਸਨ, ਰਾਗਣੀਆਂ ਸਨ, 8 ਪੁੱਤਰ ਸਨ, ਉਹਨਾਂ ਦਾ ਨਾਂ ਹੀ ਇਕੱਲਾ ਲਿਖਣਾ ਕੀਤਾ, ਹਾਜ਼ਰੀ ਲਵਾਉਣਾ ਕੀਤੀ। ਔਰ ਸਾਧ ਸੰਗਤ ਜੀ ਉਹਨਾਂ ਦੀ ਕੋਈ ਬਾਣੀ ਹੋਰ ਨਹੀਂ ਸੀ ਲਿਖਣਾ ਕੀਤੀ, ਸਿਰਫ ਦੀ ਸਿਰਫ ਹਾਜ਼ਰੀ ਨੂੰ ਲਵਾਈ। ਸੋ ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਇੱਕ ਓਂਕਾਰ ਤੋਂ ਲੈ ਕੇ ਰਾਗਮਾਲਾ ਤੱਕ 18, 10, 20 ਤੱਕ ਸੰਪੂਰਨ ਜਿਹੜੀ ਗੁਰਬਾਣੀ ਸੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਉਹ ਲਿਖਣਾ ਕੀਤੀ। ਔਰ 9ਵੇਂ ਸਰੂਪ ਦੇ ਵਿੱਚ ਪਤਾ ਸੀ ਆ ਜਿਹਨੂੰ ਵੀ ਅਸੀਂ 9ਵੇਂ ਸਰੂਪ ਦੇ ਵਿੱਚ ਵੀ ਬਾਣੀ ਰਚਣੀ ਹੈ, 9ਵੇਂ ਸਰੂਪ ਦੇ ਵਿੱਚ ਵੀ ਅਸੀਂ ਬਾਣੀ ਉਚਾਰਨ ਕਰਾਂਗੇ। ਔਰ 6ਵੇਂ ਸਰੂਪ ਦੇ ਵਿੱਚ ਅਸੀਂ ਧੁਨਾਂ ਚਾੜ ਦੇਣਾ ਨੇ 12 ਦੀਆਂ, ਉਨੀ ਜਿਹੜੀ ਜਗ੍ਹਾ ਸੀ ਸਾਧ ਸੰਗਤ ਜੀ, ਉਨੇ ਜਿਹੜੇ ਅੰਗ ਸੀ ਸਤਿਗੁਰੂ ਮਹਾਰਾਜ ਜੀ ਨੇ ਉਹ ਛੱਡਣਾ ਕੀਤੇ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰ ਵਾਲੇ ਮਹਾਂਪੁਰਖ ਸਾਧ ਸੰਗਤ ਦੀ ਕਥਾ ਦੇ ਦੱਸਦੇ ਨੇ ਵੀ ਉਹ ਜਿਹੜੇ ਅੰਗ ਨੇ ਅੱਜ ਵੀ ਕਰਤਾਰਪੁਰ ਸਾਹਿਬ ਵਾਲਾ ਸਰੂਪ ਜੇਕਰ ਤੁਸੀਂ ਦਰਸ਼ਨ ਕਰੋਗੇ, ਜਿੱਥੇ 9ਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਲਿਖੀ ਹੈ ਨਾ, ਉਨੀ ਜਿਹੜੀ ਜਗ੍ਹਾ ਸਾਧ ਸੰਗਤ ਦੀ 9ਵੇਂ ਪਾਤਸ਼ਾਹ ਜੀ ਦੀ ਬਾਣੀ ਲਿਖਣ ਵਾਸਤੇ ਛੱਡੀ ਹੋਈ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਔਰ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਜਿਹੜੀ ਸਾਧ ਸੰਗਤ ਦੀ ਕਲਮ ਇੱਕੋ ਚੱਲੀ ਹੋਈ ਹੈ ਔਰ ਸਿਆਹੀ ਵੀ ਇੱਕੋ ਹੀ ਹੈ, ਜਿਸ ਕਰਕੇ ਸਾਧ ਸੰਗਤ ਦੀ ਗੁਰੂ ਕੀ ਬਾਣੀ ਰਾਗਮਾਲਾ ਉੱਪਰ ਕੋਈ ਸ਼ੰਕਾ ਕਰਨਾ ਨਹੀਂ ਬਣਦਾ ਗਾ। ਇੱਕ ਵਾਰ ਦੀ ਗੱਲਬਾਤ ਹੈ, ਸਾਧ ਸੰਗਤ ਜੀ ਕਹਿੰਦੇ ਤੇਜਾ ਸਿੰਘ ਪਸੌੜੀਆ ਸੀ ਕੋਈ, ਤੇ ਉਹਨੇ ਰਾਗਮਾਲਾ ਗੁਰੂ ਕੀ ਬਾਣੀ ਉੱਪਰ ਸ਼ੰਕਾ ਕੀਤੀ ਸੀ। ਤਖਤ ਸਾਹਿਬ ਦੇ ਉੱਪਰ ਇਹ ਬਚਨ ਕਰ ਦਿੱਤਾ ਵੀ ਇਹ ਬਾਣੀ ਨਹੀਂ ਹੈਗੀ। ਉੱਥੇ ਸਾਧ ਸੰਗਤ ਦੀ ਸੰਗਤਾਂ ਨੇ ਮਨ ਨੂੰ ਇੰਨਾ ਦੁੱਖ ਹੋਇਆ, ਸਾਰੀ ਸੰਗਤ ਨੇ ਇਹ ਸਾਧ ਸੰਗਤ ਦੀ ਅਰਦਾਸ ਕੀਤੀ, ਹੇ ਗਰੀਬ ਨਿਵਾਜ ਪਾਤਸ਼ਾਹ, ਜੇਕਰ ਆਜ ਦੀ ਬਾਣੀ ਹੈ ਤਾਂ ਵੀ ਆਪ ਜੀ ਕੋਈ ਕੌਤਕ ਦਿਖਾਵੋ, ਤੇ ਜੇਕਰ ਸਤਿਗੁਰੂ ਮਹਾਰਾਜ ਜੀ ਨਹੀਂ ਤਾਂ ਵੀ ਆਜ ਕੋਈ ਨਾ ਕੋਈ ਕੌਤਕ ਦਿਖਾਓ। ਇਹ ਦੁਸ਼ਟ ਬੰਦੇ ਨੇ ਤੁਹਾਡੀ ਸਤਿਗੁਰੂ ਮਹਾਰਾਜ ਬਾਣੀ ਦੀ ਨਿੰਦਿਆ ਕੀਤੀ ਹੈ। ਜਦੋਂ ਸਾਧ ਸੰਗਤ ਜੀ ਇਹ ਬੇਨਤੀਆਂ ਕੀਤੀਆਂ ਤਾਂ ਉਸ ਵੇਲੇ ਕਹਿੰਦੇ ਸਾਧ ਸੰਗਤ ਦੀ ਰਸਮਾਂ ਨੂੰ ਕੁਸ਼ਟ ਹੋ ਗਿਆ ਸੀ, ਕੋੜ ਹੋ ਗਿਆ ਸੀ। ਇਹ ਪ੍ਰਤੱਖ ਕਲਾ ਵਰਤੀ, ਫਿਰ ਉਸੇ ਕੁਸ਼ਟ ਕਰਕੇ ਕਹਿੰਦੇ ਚੜ੍ਹਾਈ ਕਰ ਗਿਆ ਸੀ, ਪਛਤਾਵਾ ਕੀਤਾ ਵੀ ਮੈਂ ਮਹਾਰਾਜ ਦੀ ਬਾਣੀ ਦੀ ਨਿੰਦਿਆ ਕੀਤੀ। ਇਸ ਕਰਕੇ ਸਾਧ ਸੰਗਤ ਦੀ ਗੁਰੂ ਕੀ ਬਾਣੀ ਉੱਪਰ ਸ਼ੰਕਾ ਨਹੀਂ ਕਰਨਾ, ਕਿਉਂਕਿ ਜਿਹੜੇ ਬੰਦੇ ਨੇ ਗੁਰੂ ਦੇ ਉੱਤੇ ਉਂਗਲ ਚੱਕ ਲਈ, ਗੁਰੂ ਉੱਪਰ ਹੀ ਸ਼ੱਕ ਕਰ ਲਿਆ, ਉਹਦਾ ਭਲਾ ਕਦੇ ਨਹੀਂ ਹੋ ਸਕਦਾ। ਸਾਧ ਸੰਗਤ ਜੀ 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਸ਼ੰਕਾ ਹੀ ਕੀਤਾ ਸੀ ਨਾ ਸਿੱਖ ਨੇ ਆਣ ਕੇ ਵੀ ਮਹਾਰਾਜ ਇੰਨਾ ਤਗੜਾ ਜਿਹੜਾ ਤੀਰ ਕਮਾਨ ਹੈ ਗੁਰੂ ਸਾਹਿਬ ਚਲਾਉਂਦੇ ਹੋਣਗੇ। ਨੰਦੇੜ ਦੇ ਵਿੱਚ ਸ਼ੰਕਾ ਕੀਤਾ ਸੀ। ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਦੇ ਉੱਪਰ ਵਾਰ ਹੋ ਚੁੱਕਿਆ ਸੀ ਖੰਜਰ ਦਾ ਜ਼ਖਮ ਸਨ ਗੁਰੂ ਪਾਤਸ਼ਾਹ ਜੀ ਦੇ ਉੱਪਰ, ਪਰ ਫਿਰ ਵੀ ਸਤਿਗੁਰੂ ਜੀ ਨੇ ਆਖਿਆ ਵੀ ਸ਼ੰਕਾ ਹੈ ਜਿਹੜਾ ਇਹ ਸਿੱਖ ਦੇ ਦਿਲ ਵਿੱਚ ਨਹੀਂ ਹੋਣਾ ਚਾਹੀਦਾ ਗਾ, ਭਲਾ ਨਹੀਂ ਹੋਵੇਗਾ। ਜੇ ਸਿੱਖ ਹੀ ਸ਼ੱਕ ਕਰਨ ਲੱਗ ਪਿਆ ਗੁਰੂ ਦੇ ਉੱਪਰ, ਇਹਨਾਂ ਨਾਲ ਨਿਸਤਾਰਾ ਕਿਵੇਂ ਹੋਵੇਗਾ। ਸਤਿਗੁਰੂ ਜੀ ਨੇ ਆਪਣੇ ਸਾਧ ਸੰਗਤ ਦੀ ਤਗੜੇ ਫੱਟ ਦੀ ਪਰਵਾਹ ਨਹੀਂ ਕੀਤੀ। ਚਿੱਲੇ ਦੇ ਉੱਤੇ ਸਾਧ ਸੰਗਤ ਦੀ ਤੀਰ ਚੜ੍ਹ ਗਿਆ, ਇਸ ਕੰਨ ਤੱਕ ਸਤਿਗੁਰੂ ਜੀ ਨੇ ਖਿੱਚਿਆ ਤੇ ਚਰੜ ਜਦੋਂ ਆਵਾਜ਼ ਹੋਈ ਤਾਂ ਸਤਿਗੁਰੂ ਜੀ ਨੇ ਅਸਮਾਨ ਨੂੰ ਸਾਧ ਸੰਗਤ ਦੀ ਉਹ ਤੀਰ ਛੱਡਿਆ। ਉਹ ਸਿੱਖਾਂ ਦਾ ਜਿਹੜਾ ਸ਼ੰਕਾ ਸੀ ਸਾਧ ਸੰਗਤ ਦੀ ਨਿਵਰਤ ਕੀਤਾ, ਦੂਰ ਕਰਨਾ ਕੀਤਾ। ਜ਼ਖਮ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਜਿਹੜਾ ਸਿਉਂਤਾ ਸੀ ਅੰਗਰੇਜ਼ ਨੇ, ਸਾਧ ਸੰਗਤ ਜੀ ਉਹ ਡਾਕਟਰ ਨੇ ਵੈਦ ਨੇ ਜਿਹੜਾ ਸਿਉਂਤਾ ਸੀ ਦੁਬਾਰੇ ਫਿਰ ਉਹ ਟੋਪੇ ਟੁੱਟ ਗਏ ਸਨ, ਸਾਧ ਸੰਗਤ ਦੀ ਟਾਂਕੇ ਟੁੱਟ ਗਏ ਸਨ। ਫਿਰ ਵੈਦ ਉਪਚਾਰ ਕਰਨ ਲੱਗੇ, ਮਹਾਰਾਜ ਹੱਸ ਕੇ ਕਹਿਣ ਲੱਗੇ ਵੀ ਪਰਮਾਤਮਾ ਦਾ ਭਾਣਾ ਹੀ ਆਏ ਆ ਭਾਈ,
ਹੁਣ ਸਾਨੂੰ ਵਾਹਿਗੁਰੂ परमात्मा का हुक्म ਅਸੀਂ सचखंड में जाना है, पर ਅਸੀਂ सैकड़ा शंका निवृत्त किया है। सार संगत इस करके ਜਿਹੜਾ गुरु का सिख गुरु की बाणी उपर शक करन लग पवे, ਜਿਹੜਾ ਪਿਓ ਦੇ ਉੱਤੇ शक करे सार संगत दी ओकारा पुत्र है, ਐਵੇਂ ਜਿਹੜਾ गुरु की बाणी उपर ही शक कर लग पवे भी भट्टा की बाणी नहीं हैगी, ये रागमला गुरु की बाणी नहीं, असी भगतां की बाणी नूं भगतां की बाणी नहीं मनदे, नहीं मनदा तू ना मन, तेरे ना मनण नाल ऐ थोड़ा भी ना बाणी होवेगी। तेरा भाई भी गुरु की बाणी है, धुर की बाणी आई तिन सगली चिंत मिटाई। सतगुरु महाराज ने बचन किया भी जैसी मैं आवा खसम की बाणी, तैसड़ा करी ज्ञान वे लालो, हौ आपो बोलना जानदा, मैं कहया सब हुक्म आओ जियो। ये धुरो बाणी आई हुई है, सार संगरी पोथी परमेश्वर का थान है। इस करके जिहड़ा श्री गुरु ग्रंथ साहिब महाराज जी के उपर सार संगरी किंतु परंतु करेगा, ਉਹਨੂੰ गुरु महाराज जी अपने आप ही फल भुगताउणगे। आपां निश्चय रखना ਇਹ भी एक ओंकार तो लैके 18 10 20 तक सार संगरी कल्ला कल्ला जिहड़ा बाणी अखर है, ये अकाल पुरख वाहिगुरू परमात्मा का स्वरूप है। ये निश्चय रखना है गुरु के सिख ने। जे गुरु की बाणी पर निश्चय नहीं रखेगा तो भला नहीं होगा, निस्तारा नहीं होगा। साध संगत कोई भुल गलती नहीं माफी बख्शनी, समागा इजाजत नहीं दिंदा सार संगत जीओ। ਹੁਣ 2 पंक्तियां पढ़ के समाप्ति है जी। सतगुरु महाराज साहब जी ਅਤੇ सतगुरु जी की संगत बख्शण योग है। वाहिगुरू सार संगत थोड़ा प्रकरण रह गया माफ करना। ਜਦੋਂ ਇਹ ਸਾਰ ਸੰਗਤ सतगुरु जी ने संपूर्ण बाणी लिखवा ਲਈ, फिर उस वक्त भाई बन्नों जी की ड्यूटी लाई गई भी भाई बन्नों जी तुसीं जल्द बनवा के लैके आओ। भाई बन्नों जी लाहौर में गए, उत्थे सार संगत गुरु की बाणी श्री गुरु ग्रंथ साहिब महाराज जी की जल्द बनवाउण की सेवा की। भाई बन्नों ने जांदियां होया ते आउंदियां होया सारी दी सारी जिन्नी गुरबाणी सी ना ਉਹਦਾ ਉਲੱਥਾ कर लिया, एक उतारा होर कर लिया। जिथे गुरु की बाणी लिखी उत्थे भाई बन्नों ने कुछ अपने शब्द भी सार संगत विच पा दिते। सतगुरु महाराज के चरनां विच जदों दोवें बीड़ां लिया के रखियां, सतगुरु जी कहण लगे भाई बन्नों जी जल्द तो एक बनाउण वास्ते आखे जी दूजा ग्रंथ किहड़ा है, बेनती की महाराज असीं उतारा कर लिया सी। सतगुरु जी ने दर्शन किए बाणी के, देखा भी भाई बन्नों ने अपनी किरत भी बच पाई हुई है, बाणी अपनी भी पाई है। तो सतगुरु महाराज जी नाराज होकर कह लगे भाई बन्नों भी तू गुरु की बाणी में मिलावट की, अज तो बाद खारी बीड़ हुई है, ये खारी बीड़ के नाम नाल जानी जाएगी। यह उस वेले सार संगत जी सतगुरु श्री गुरु अर्जन देव महाराज जी ने कल गुरु की बाणी का प्रवान ही प्रवान है। भाई बन्नों की जी किरत सी सार संगत जी वो नहीं सी प्रवान की जी उन्हें अपने शब्द पाए सन। फिर श्री गुरु अर्जन देव महाराज जी ने यह ख्याल किया भी हुण हैड ग्रंथी की जी सेवा है, मुख ग्रंथी की सेवा किहनूं बख्शी जाए, ये मान सम्मान किहनूं बख्शिया जाए। झाती मारी दुनिया के अंदर चारे पासे देखिया भी जेकर श्री गुरु नानक देव महाराज जी की आस बस जी वेदी है, इन्हों मान सम्मान बख्श गए, ये भी योग नहीं, क्योंकि इन्हों भी अभिमान अहंकार है भी असी गुरु महाराज की आस बस विचों हुंदे आ भी। साडे श्री गुरु नानक देव महाराज जी बापू सीगे, वडेरे सीगे। फिर सोचा भी त्रेणा की आसमा धन श्री गुरु अंगद देव महाराज जी के आसवास नूं जेकर सन्मान बख्श ने, उन्होंने भी सूखम रूप में मान हैगा। बाबे दासू जी की आसवास बाबा दासू जी होरी ये प्रमाण नहीं है। फिर सतगुरु महाराज की दृष्टि भल्लियां की आसवा धन श्री गुरु अमरदास साहब महाराज जी आसवास वाल आई, देखा भी इन्होंने भी यह मान सन्मान ठीक नहीं। सोडियां की आसवास सतगुरु जी ने अपनी आसवास में झाती मारी, देखा भी कोई ऐसा महापुरख होवे जिहड़ा भी ये सेवा निभा सके, पर देखा भी फिर नहीं भी पूर्ण रूप में कोई ठीक नहीं, प्यार पर प्यार नहीं भी, मतलब कि थोड़ा थोड़ा मान तो हर एक नूं ही है कि असीं गुरु के हुंदे आ। सतगुरु जी ने फिर सार संगत ये गल का ख्याल किया कि ये जिहड़ा मान सन्मान एक गुरु के सेवक नूं मिलना चाहिए है। फिर सार संगत जी ब्रह्म ज्ञानी तत्ववेत्ते महापुरख जिन्हां ने सारी उम्र गुरु महाराज जी की रजा दे विच रह करके गुरु घर की सेवा ही की, ते ब्रह्म ज्ञानी होने के बावजूद भी सार संगत जी रंबा लै करके गुरु घर के खत्ते दे विच ही काम करते रहे और गुरु की संगत के चरण कमलों नूं झाड़ते रहे। ऐसे ब्रह्म ज्ञानी महापुरुष बाबा बुढ़ा साहब जी जिहड़े सन, जिन्हां दे वरदा सरगा 6वें पातशाह श्री गुरु हरगोबिंद साहब महाराज जी का अवतार होया। जिस बुढ़े सार संगत जी ब्रह्म ज्ञानी महापुरख ने समय की निजात को पछाणदा होया श्री गुरु हरगोबिंद साहब महाराज नूं मीरी पीरी दीआं 2 सीरी साधां पवाईआं,
ਜਿਹੜੇ ਬਾਬਾ ਬੁੱਢਾ ਸਾਹਿਬ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਤਿਲਕ ਲਾਉਣ ਦੀ ਜਿਹੜੀ ਗੁਰਤਾ ਗੱਦੀ ਦਾ ਤਿਲਕ ਲਾਉਣ ਦੀ ਜਿਹੜੀ ਸਾਰ ਸੰਗਤ ਦੀ ਸੇਵਾ ਨਿਭਾ ਰਹੇ ਸਨ ਔਰ ਛੇਵੇਂ ਪਾਤਸ਼ਾਹ ਮਹਾਰਾਜ ਤੱਕ ਇਹ ਸੇਵਾ ਨਿਭਾਈ। 5 ਸਤਿਗੁਰਾਂ ਦੀ ਸੀਸ ਉੱਪਰ ਤਿਲਕ ਲਗਾਇਆ ਗੁਰਤਾ ਗੱਦੀ ਦਾ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਧੁਰੀ ਗੁਰੂ ਸਨ। ਭਾਈ ਲਹਿਣਾ ਜੀ ਦੇ ਤਿਲਕ ਲਾ ਕਰਕੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਸਾਧ ਸੰਗਤ ਦੀ ਬਣਾਉਣਾ ਕੀਤਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹੁਕਮ ਦੇ ਨਾਲ। ਐਸੇ ਬ੍ਰਹਮ ਗਿਆਨੀ ਮਹਾਂਪੁਰਸ਼ ਨੂੰ ਸਾਧ ਸੰਗਤ ਦੀ ਸਤਿਗੁਰੂ ਜੀ ਨੇ ਮਾਣ ਸਨਮਾਨ ਬਖਸ਼ਣਾ ਕੀਤਾ ਔਰ ਆਖਿਆ ਵੀ ਬਾਬਾ ਬੁੱਢਾ ਸਾਹਿਬ ਜੀ ਹੁਣ ਆਪ ਜੀ ਆਪਣੇ ਸੀਸ ਦੇ ਉੱਪਰ ਇਹ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਸਜਾ ਕਰਕੇ ਹਰਿਮੰਦਰ ਹਰ ਜੀਓ ਸਾਜਿਆ ਹਰ ਵਸੈ ਜਿਸ ਨਾਲ। ਐਸਾ ਜਿਹੜਾ ਹਰੀ ਕਾ ਮੰਦਰ ਹੈ ਨਾ ਸ੍ਰੀ ਹਰਿਮੰਦਰ ਸਾਹਿਬ ਪਰਮਾਤਮਾ ਜਿਹੜਾ ਰੱਬ ਦਾ ਘਰ ਆਪਣਾ ਹੈ, ਉਹਦੇ ਵਿੱਚ ਫਿਰ ਅੱਜ ਰੱਬ ਪ੍ਰਕਾਸ਼ਮਾਨ ਹੋਵੇ ਸੁਭਾਇਮਾਨ ਹੋਵੇ। ਆਪ ਜੀ ਪ੍ਰਤੱਖ ਇਹ ਕਰਨਾ ਕਰੋ। ਉਸ ਵੇਲੇ ਸੇਵਾ ਨਿਭਾਉਣਾ ਕੀਤੀ ਬਾਬਾ ਬੁੱਢਾ ਸਾਹਿਬ ਜੀ ਨੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੀ ਉਸ ਵੇਲੇ ਨਾਲ ਸਨ। ਬਹੁਤ ਜਿਹੜਾ ਫੁੱਲਾਂ ਦੀ ਵਰਖਾ ਹੋਈ, ਸਾਰ ਸੰਗਤਰੀ ਰਣ ਸਿੰਘੇ ਸੰਖ ਇਤਿਹਾਰਕ ਸਾਰ ਸੰਗਤਰੀ ਹੋਰ ਵੀ ਤਰ੍ਹਾਂ ਦੇ ਜਿਹੜੇ ਸਾਜ਼ ਸਨ। ਆਪਣਾ ਛੋਟੀਆਂ ਦੁੰਦਬੀਆਂ ਹੋ ਗਈਆਂ, ਛੋਟੇ ਨਗਾਰੇ ਹੋ ਗਏ, ਵੱਡੇ ਨਗਾਰੇ ਹੋ ਗਏ, ਦਗੜ ਕਰਕੇ ਵਜਾਏ ਗਏ। ਪੂਰੇ ਜਾਹੋ ਜਲਾਲ ਦੇ ਨਾਲ ਸੇਵਾ ਕਰਦਿਆਂ ਸਿਮਰਨ ਕਰਦਿਆਂ ਸਾਰ ਸੰਗਤਰੀ ਜਿਵੇਂ ਅੱਜ ਕੱਲ੍ਹ ਵੀ ਪੂਰੇ ਜਾਹੋ ਜਲਾਲ ਦੇ ਨਾਲ ਅੰਮ੍ਰਿਤ ਵੇਲੇ ਪਾਲਕੀ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਆਇਆ ਜਾਂਦਾ ਹੈ। ਐਵੇਂ ਬਾਬਾ ਬੁੱਢਾ ਸਾਹਿਬ ਜੀ ਨੂੰ ਸਾਰ ਸੰਗਤਰੀ ਅੱਗੇ ਲਾ ਕਰਕੇ ਸਤਿਗੁਰੂ ਜੀ ਨੇ ਸੇਵਾ ਬਖਸ਼ਣਾ ਕੀਤੀ ਔਰ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦੇ ਤਾਈਂ ਸਾਰ ਸੰਗਤ ਜੀਓ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਸੇਵਾ ਕੀਤੀ ਪ੍ਰਕਾਸ਼ ਕਰਨ ਦੀ। ਉਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕੀਤਾ ਕਿ ਬਾਬਾ ਬੁੱਢਾ ਸਾਹਿਬ ਖੋਲ੍ਹੋ ਗ੍ਰੰਥ ਲਿਓ ਆਵਾਜ਼ ਸੁਣੇ ਸਭ ਪੰਥ। ਬਾਬਾ ਬੁੱਢਾ ਸਾਹਿਬ ਜੀ ਇਹ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਹੈ ਹੁਣ ਪ੍ਰਕਾਸ਼ ਕਰੋ। ਆਪ ਜੀ ਆਵਾਜ਼ ਲਵੋ, ਹੁਕਮਨਾਮਾ ਸਾਹਿਬ ਲਵੋ, ਜਿਸ ਕਰਕੇ ਸਾਰਾ ਸਿੱਖ ਪੰਥ ਹੈ ਜਿਹੜਾ ਇਸ ਹੁਕਮਨਾਮੇ ਨੂੰ ਸਰਵਣ ਕਰੇ। ਜਦੋਂ ਹੁਕਮਨਾਮਾ ਸਾਹਿਬ ਲਿਆ ਤਾਂ ਹੁਕਮਨਾਮਾ ਸਾਹਿਬ ਆਇਆ ਸੀ ਸੂਹੀ ਮਹੱਲਾ 5ਵਾਂ। ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵੀ ਵਾਹਿਗੁਰੂ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਜਿਹੜਾ ਹੁਕਮਨਾਮਾ ਸਾਹਿਬ ਜਿਹੜਾ ਸੀ ਸਾਰ ਸੰਗਤ ਦੀ ਸੰਮਤ 1661 ਬਿਕਰਮੀ ਭਾਦਰੋਂ ਸੁਦੀ ਏਕਮ ਨੂੰ ਪਹਿਲਾ ਪ੍ਰਕਾਸ਼ ਕਰਨ ਦੇ ਵੇਲੇ ਸਾਰ ਸੰਗਤ ਦੀ ਲਿਆ ਗਿਆ। ਇਹ ਹੁਕਮਨਾਮਾ ਸਭ ਆਇਆ ਸੀ। ਐਵੇਂ ਸਾਰ ਸੰਗਤ ਦੀ ਜਿੰਨਾ ਕੁ ਮਤ ਬੁੱਧ ਬਖਸ਼ਿਆ ਸੀ ਸਤਿਗੁਰੂ ਜੀ ਨੇ ਗਿਆਨ ਬਖਸ਼ਿਆ, ਉਸ ਹਿਸਾਬ ਜਿਹੜਾ ਕਣਕਾਂ ਮਾਤਰ ਜਿੰਨੀ ਕੁ ਵਡਿਆਈ ਸਤਿਗੁਰੂ ਜੀ ਨੇ ਬਖਸ਼ੀ। ਦਾਨ ਨੇ ਸਾਰ ਸੰਗਤ ਦੀ ਆ ਗਏ ਚਰਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਜਿਵੇਂ ਸੰਪਾਦਨਾ ਹੋਈ, ਜਿਵੇਂ ਪਹਿਲਾ ਪ੍ਰਕਾਸ਼ ਹੋਇਆ, ਸਾਰ ਸੰਗਤ ਦੀ ਉਹ ਇਤਿਹਾਸ ਸਰਵਣ ਕਰਾਇਆ ਹੈ। ਹੋਈ ਭੁੱਲ ਗਲਤੀ ਮਾਫੀ ਬਖਸ਼ਣੀ ਔਰ ਅੱਗੇ ਵਾਸਤੇ ਸਮਤ ਬਖਸ਼ਣੀ ਸਤਿਗੁਰੂ ਜੀ ਅਤੇ ਸਤਿਗੁਰਾਂ ਦੀ ਸੰਗਤ ਬਖਸ਼ਣਯੋਗ ਹੈ ਜੀ। ਹੁਣ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਵਾਹਿਗੁਰੂ ਜੀ ਤ੍ਰਿਪਤ ਹੋਏ ਤੈਂ ਤੇ ਜਲ ਆਏ, ਮੁੱਲ ਹੈਲੇ ਅਸਵਾਰ ਬਣਾਏ। ਤ੍ਰਿਪਤ ਹੋਏ ਤੈਂ ਤੇ ਜਲ ਆਏ, ਮੁੱਲ ਹੈਲੇ ਅਸਵਾਰ ਬਣਾਏ। ਅਚੁੱਤ ਹੈ ਪਾਰ ਬ੍ਰਹਮ ਅਗਨਾਦੀ ਅਗਨਾਸ, हे पूरन हे सर्व मैं दुख भंजन गुण तास। हे संगी हे निरंकार हे निर्गुण सब टेक, हे गोविंद हे गुण निधान जापै सदा विवेक। हे अपरंपर हर हरे हर की होवन हार, हे संत कै सदा संग निधारा आधार। हे ठाकुर हौदा करो मैं निर्गुण गुण नहीं कोई, नानक लीजै नाम दान राखो परोए। आए प्रभ शरणागति कृपा नित दयाल, एक अखर हर मन बसत नानक होत निहाल। गुरु नाम जहाज है चढ़े सुतरे